ਉੱਥੇ ਤਾਂ ਨੈਰੇਟਿਵ ਜਿਹੜਾ ਇਹ ਸਿਰਜਿਆ ਗਿਆ ਜੀ ਕਿ ਜਿਹੜੀ ਲੜਾਈ ਸੀ ਉਹ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸੀ। ਹਾਂ ਔਰ ਸਿਰਫ ਉਹਨੂੰ ਸਾਬਤ ਕਰਦਿਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਸਨ ਉਹ ਸਾਡੇ ਤੋਂ ਲੁਕੋ ਲਈਆਂ ਗਈਆਂ, ਲੁਪਤ ਕਰ ਦਿੱਤੀਆਂ। ਉਹ ਜੋ ਲੜਾਈ ਸੀ ਉਹ ਐਟਰੋਸਿਟੀਜ਼ ਦੇ ਖਿਲਾਫ ਹੈ, ਉਹ ਜ਼ੁਲਮ ਜ਼ਬਰ ਦੇ ਖਿਲਾਫ ਹੈ ਜੀ। ਉਹ ਕੋਈ ਕੀਤੇ ਦੇ ਖਿਲਾਫ ਨਹੀਂ ਸੀ। ਡੈਫੀਨੇਟਲੀ ਮੁਸਲਮਾਨਾਂ ਦੇ ਖਿਲਾਫ ਤਾਂ ਨਹੀਂ ਜੀ। ਸੀਗੀ, ਮੁਗਲਾਂ ਦੇ ਖਿਲਾਫ ਸੀਗੀ। ਜੀ। ਕਾਰਨ ਕੀ ਸੀ ਕਿ ਮੁਗਲ ਜ਼ੁਲਮ ਜ਼ਬਰ ਕਰਨ ਤੋਂ ਨਹੀਂ ਹਟ ਰਹੇ ਸੀ। ਪਰ ਬੜੇ ਸਾਰੇ ਜਿਹੜੇ ਲੋਕ ਨੇ ਜਿਹੜੀ ਹਿੰਦੂ ਵਿਚਾਰਧਾਰਾ ਦੇ ਮੁਗਲਾਂ ਦੇ ਨਾਲ ਰਲ ਕੇ ਸਿੱਖਾਂ ਦੇ ਵਿਰੁੱਧ ਲੜਾਈ ਵੀ ਲੜ ਰਹੇ ਸੀਗੇ। ਤੇ ਉਹ ਮਤਲਬ ਉਹ ਨੈਰੇਟਿਵ ਕੁਝ ਆਲਟੂਗੇਦਰ ਡਿਫਰੈਂਟ ਹੈ। ਇੱਕ ਡਾਕੂਮੈਂਟ ਪੜ੍ਹਿਆ ਜਾਂਦਾ ਹੈ, ਡਾਕੂਮੈਂਟ ਦਾ ਨਾਮ ਹੈ ਅਖਬਾਰੇ ਦਰਬਾਰੇ ਮੌਲਾ। ਉਹ ਅਸੀਂ ਨੈਸ਼ਨਲ ਆਰਕਾਈਵ ਚੋਂ ਡਾਕੂਮੈਂਟ ਕਢਵਾਇਆ। ਆਲਦੋ ਉਹ 'ਚ ਸਿੱਖਾਂ ਬਾਰੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ, ਲੇਕਿਨ ਉਹ 'ਚੋਂ ਜੋ ਡਾਟਾ ਤੇ ਸਟੈਟਿਸਟਿਕਸ ਜੋ ਮਿਲਦੇ ਹੈ ਉਹ 'ਚੋਂ ਬੜੀਆਂ ਸਾਰੀਆਂ ਗੱਲਾਂ ਨੈਰੇਟਿਵ ਕਲੀਅਰ ਹੋ ਜਾਂਦਾ ਕਿ ਮਾਮਲਾ ਸੀਗਾ ਕੀ। ਅਲਟੀਮੇਟਲੀ ਜਦੋਂ ਉਹਦੇ ਵਿੱਚ ਇੱਕ ਡਾਕੂਮੈਂਟ ਮਿਲਿਆ, ਉਹਦੇ ਵਿੱਚ ਲਿਖਿਆ ਕਿ ਜੀ ਲੋਹਗੜ੍ਹ ਖਾਲਸਾ ਰਾਜ ਦੇ 50 ਤੋਂ ਵੱਧ ਕਿਲੇ ਨੇ ਜੋ ਮੌਜੂਦਾ ਕਰਨਾਲ ਜ਼ਿਲ੍ਹੇ ਤੋਂ ਲੈ ਕੇ ਚੰਡੀਗੜ੍ਹ ਤੱਕ ਸਕੈਟਰਡ ਹੈ। ਅੱਛਾ ਜੀ। ਹੁਣ ਮੈਨੂੰ ਕਲੀਅਰ ਹੋਣੀ ਸ਼ੁਰੂ ਹੋਈ ਕਿ ਮਾਮਲਾ ਕੁਝ ਹੋਰ ਹੈ, ਕਿ ਇਹ 2.5 ਲੱਖ ਫੌਜ ਵਾਸਤੇ ਇੱਕ ਸਪੇਸ ਬਿਲਟ ਹੋ ਰਹੀ ਹੈ। ਐਵੇਂ ਨਹੀਂ ਮਤਲਬ ਹੋਈ, ਇਹ 125 ਕਿਲੋਮੀਟਰ ਦਾ ਪਸਾਰਾ ਸੀਗਾ। 1630 ਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਹਿਸਟਰੀ ਦੇਖਣੀ ਸ਼ੁਰੂ ਕੀਤੀ, ਦਰਬਾਰ ਸਾਹਿਬ ਦੀ ਰਾਖੀ ਵਾਸਤੇ ਵੀ ਕਿਲਾ ਤਿਆਰ ਹੋਇਆ। ਉਸ ਕਿਲੇ ਦਾ ਨਾਮ ਲੋਹਗੜ੍ਹ ਸੀਗਾ। ਹੁਣ ਅਸੀਂ ਬਚਪਨ ਤੋਂ ਦਰਬਾਰ ਸਾਹਿਬ ਜਾ ਰਹੇ ਹਾਂ, ਸਾਨੂੰ ਪਤਾ ਨਹੀਂ ਲੋਹਗੜ੍ਹ ਵੀ ਹੈ ਕੋਈ ਉੱਥੇ, ਅੰਮ੍ਰਿਤਸਰ। ਠੀਕ ਹੈ। ਔਰ ਉੱਥੇ ਗੁਰਦੁਆਰਾ ਸਾਹਿਬ, ਕਿਉਂ ਕਿਲਾ ਉੱਥੇ ਡਿਮੋਲਿਸ਼ ਕਰਤਾ, ਅੰਮ੍ਰਿਤਸਰ ਵੀ ਇੱਕ ਗੁਰਦੁਆਰਾ ਸਾਹਿਬ ਹੈ ਲੋਹਗੜ੍ਹ ਦੀ ਯਾਦ 'ਚ ਬਣਿਆ ਹੋਇਆ। ਇਸ ਵਾਰ ਜਾਓਗੇ ਦੇਖ ਕੇ ਆਇਓ। ਸਾਡੇ ਇਤਿਹਾਸਕਾਰਾਂ ਨੇ ਸਾਨੂੰ ਕਿਸ ਤਰੀਕੇ ਨਾਲ ਮੂਰਖ ਬਣਾਇਆ, ਉਹ ਗੱਲ ਇੱਕਦਮ ਸਾਹਮਣੇ ਆ ਗਈ। ਹੁਣ ਉਹ ਕਹਿੰਦੇ ਨੇ ਕਿ 1644 ਤੋਂ ਲੈ ਕੇ 1661 ਤੱਕ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਗੁਰੂ ਨੇ 17 ਸਾਲ ਗੁਰੂ ਨੇ 13 ਸਾਲ ਲੋਹਗੜ੍ਹ ਦੀਆਂ ਪਹਾੜੀਆਂ 'ਚ 2200 ਘੁੜਸਵਾਰਾਂ ਦੇ ਨਾਲ। 13 ਸਾਲ ਕੋਈ ਛੋਟਾ ਪੀਰੀਅਡ ਨਹੀਂ। ਠੀਕ ਹੈ। 2200 ਘੁੜਸਵਾਰ ਵੀ ਕੋਈ ਛੋਟੀ ਫਿਗਰ ਨਹੀਂ, ਹਥਿਆਰਬੰਦ ਫੌਜ ਹੈ ਜੀ। ਅੱਜ ਜੇ ਯਮੁਨਾਨਗਰ ਦੀ ਡਿਸਟ੍ਰਿਕਟ ਪੁਲਿਸ ਫੋਰਸ ਦੇਖੋ ਤਾਂ ਤੁਸੀਂ 700 ਕੁ ਬੰਦੇ ਨੇ, 700 ਅੰਬਾਲੇ 'ਚ ਹੋਣਗੇ, 700 ਨਾਨ 'ਚ। 3 ਜ਼ਿਲ੍ਹਿਆਂ ਦੇ ਬਰਾਬਰ ਫੋਰਸ ਰੁਕ ਰਹੀ ਹੈ ਸਾਹਿਬ ਜੀ। ਕਿੱਥੇ ਰੁਕ ਰਹੀ ਹੈ? ਉੱਥੇ ਬਰਸਾਤਾਂ ਪੈਣੀਆਂ, ਉੱਥੇ ਠੰਡ ਵੀ ਪੈਣੀ, ਉੱਥੇ ਉਹ ਕੀ ਕਿਲਾਬੰਦੀ ਸੀਗੀ, ਔਰ ਉੱਥੇ ਬੈਠੇ ਕਿਉਂ ਨਹੀਂ 13 ਸਾਲ? ਫਿਰ ਉੱਥੋਂ ਨੈਰੇਟਿਵ ਸੈੱਟ ਹੋਇਆ ਵੀ ਖਾਲਸਾ ਰਾਜ ਦੀ ਤਿਆਰੀ ਹੁਣ ਗੁਰੂ ਸਾਹਿਬਾਂ ਦੇ ਪੀਰੀਅਡ ਤੋਂ ਬਿਲਕੁਲ ਹੋ ਚੁੱਕੀ ਸੀ। ਪ੍ਰੋਗਰਾਮ ਦੇਖਣ ਜਾ ਰਹੇ ਸਾਰੇ ਹੀ ਦਰਸ਼ਕਾਂ ਨੂੰ ਉਸ ਵੱਲੋਂ ਪਿਆਰ ਤੇ ਨਿੱਘ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਵੱਖ-ਵੱਖ ਸਮੇਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਹਾਂ। ਔਰ ਅੱਜ ਸਾਡਾ ਸੁਭਾਗ ਹੈ ਕਿ ਸਟੂਡੀਓ ਦੇ ਵਿੱਚ ਸਰਦਾਰ ਗਗਨਦੀਪ ਸਿੰਘ ਹੋਰੀ ਆਏ ਨੇ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਬੜੀ ਡੀਟੇਲ ਦੇ ਵਿੱਚ। ਔਰ ਜਿਹੜੇ ਕਿ ਗਵਰਨਮੈਂਟ ਆਫ ਹਰਿਆਣਾ ਦੇ ਵਿੱਚ ਬਤੌਰ ਹੋਮ ਸੈਕਟਰੀ ਕੰਮ ਕਰ ਰਹੇ ਨੇ। ਔਰ ਸਿੱਖ ਇਤਿਹਾਸ ਬਾਰੇ ਇਹਨਾਂ ਨੇ ਕਈ ਅਜਿਹੀਆਂ ਖੋਜਾਂ ਕੀਤੀਆਂ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਦੇ ਸੁਣਿਆ ਨਹੀਂ, ਕਿਉਂਕਿ ਬਹੁਤਾ ਇਤਿਹਾਸ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਢਾਡੀਆਂ ਪਾਸੋਂ ਜਾਂ ਕਵੀਸ਼ਰਾਂ ਪਾਸੋਂ ਸੁਣਿਆ, ਸਾਨੂੰ ਕਿਉਂਕਿ ਆਪ ਪੜ੍ਹਨ ਦੀ ਆਦਤ ਨਹੀਂ। ਸੋ ਬਹੁਤ ਸਾਰਾ ਜੋ ਅੱਜ ਕੱਲ੍ਹ ਸ਼ਬਦਾਂ ਵੀ ਆ, ਚਾਹੇ ਉਹ SGPC ਦੀ ਨਿਗਰਾਨੀ ਹੇਠ ਵੀ ਸ਼ਬਦਾ ਹੋਵੇ, ਤੇ ਜੋ ਕੁਝ ਉਹ ਸ਼ਬਦ ਆ ਉਹ ਵੀ ਆਪਾਂ ਨੂੰ ਪਤਾ ਜਿਨ੍ਹਾਂ ਨੂੰ ਪੜ੍ਹਨ ਦੀ ਆਦਤ ਹੈ ਉਹਨਾਂ ਨੂੰ, ਕਿਉਂਕਿ ਬਹੁਤੇ ਆਪਾਂ ਪੜ੍ਹਨ ਵਾਲੇ ਪਾਸੇ ਤੁਰਦੇ ਨਹੀਂ ਆ। ਖੈਰ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਗਗਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੀ ਜਿਹੀ ਬਰੀਫਲੀ, ਕਿਉਂਕਿ ਹੋ ਸਕਦਾ ਕਿ ਮੈਂ ਤੁਹਾਡੀ ਇੰਟਰੋਡਕਸ਼ਨ ਪੂਰੀ ਪ੍ਰੋਪਰ ਨਾ ਦੇ ਸਕਾਂ, ਬਰੀਫਲੀ ਆਪਣੇ ਬਾਰੇ ਥੋੜ੍ਹੇ ਦਰਸ਼ਕਾਂ ਨੂੰ। ਜੀ ਮੇਰਾ ਨਾਮ ਗਗਨਦੀਪ ਸਿੰਘ ਹੈ, ਮੈਂ ਡਿਪਟੀ ਸੈਕਟਰੀ ਹੋਮ ਹਾਂ ਗਵਰਨਮੈਂਟ ਆਫ ਹਰਿਆਣਾ ਦੇ ਵਿੱਚ। ਔਰ ਮੈਂ ਇੱਕ SCS ਆਫਿਸਰ ਹਾਂ ਜੀ, ਜਿੱਦਾਂ ਸਾਡੇ ਪੰਜਾਬ 'ਚ PCS ਆਫਿਸਰ, ਹਰਿਆਣਾ 'ਚ ਹਰਿਆਣਾ ਸਿਵਲ ਸਰਵਿਸਿਜ਼ ਦਾ ਆਫਿਸਰ ਹਾਂ। ਔਰ ਤਕਰੀਬਨ 23 ਸਾਲ ਤੋਂ ਨੌਕਰੀ ਕਰ ਰਿਹਾ ਹਰਿਆਣਾ ਦੇ ਵਿੱਚ ਜੀ। ਔਰ 2016 ਤੋਂ ਸਿੱਖ ਹਿਸਟਰੀ ਦੇ ਉੱਪਰ ਕੰਮ ਕਰ ਰਿਹਾ। ਔਰ ਲੋਹਗੜ੍ਹ ਖਾਲਸਾ ਰਾਜਧਾਨੀ ਜੋ ਜਰਨੈਲ ਬੰਦਾ ਸਿੰਘ ਬਹਾਦਰ ਨੇ ਡਿਕਲੇਅਰ ਕੀਤੀ, ਇਸਟੈਬਲਿਸ਼ਡ ਗੁਰੂ ਨਾਨਕ ਪਾਤਸ਼ਾਹ ਦੀ ਹੈ ਜੀ। ਔਰ ਇਹਦੇ ਉੱਪਰ ਤਕਰੀਬਨ 7 ਸਾਲ ਹੋ ਗਏ ਨੇ ਇਸ ਹਿਸਟਰੀ ਦੇ ਉੱਪਰ ਲੱਭਦੇ ਹੋਏ। ਕਾਫੀ ਸਾਲ ਮੇਰੀ ਉੱਥੇ ਪੋਸਟਿੰਗ ਰਹੀ ਜੀ ਆਪਣੀ ਯਮੁਨਾਨਗਰ ਜੀ। ਔਰ ਯਮੁਨਾਨਗਰ ਤੋਂ ਹੀ ਫਿਰ ਜਿੱਥੇ ਖਾਲਸਾ ਰਾਜਧਾਨੀ ਹੈ ਉੱਥੋਂ ਦੀ ਇੱਕ ਚੇਤਨਾ ਆਈ ਕਿ ਨਹੀਂ ਸਾਨੂੰ ਇਹ ਆਪਣੇ ਟ੍ਰਿਗਰਿੰਗ ਹੋਈ ਕਿ ਆਪਾਂ ਨੂੰ ਸਿੱਖ ਇਤਿਹਾਸ ਬਾਰੇ ਸਮਝਣਾ ਚਾਹੀਦਾ। ਨੌਕਰੀ ਤਾਂ ਆਪਾਂ ਕਰਦੇ ਰਹਿੰਦੇ ਹਾਂ ਆਪਣੀ ਰੋਜ਼ੀ ਰੋਟੀ ਹਿਸਾਬ ਨਾਲ, ਕੁਛ ਆਪਣੇ ਗੁਰੂ ਦੀ ਵੀ ਨੌਕਰੀ ਕਰ ਲੈਣੀ ਚਾਹੀਦੀ ਹੈ। ਔਰ ਉੱਥੋਂ ਦੀ ਫਿਰ ਅਲਟੀਮੇਟਲੀ ਇਹਦੇ ਸਿੱਖ ਹਿਸਟਰੀ ਔਰ ਜੋ ਜਰਨੈਲ ਬੰਦਾ ਸਿੰਘ ਬਹਾਦਰ ਬਾਰੇ ਹਿਸਟਰੀ ਬਾਰੇ ਸਮਝਣਾ ਸ਼ੁਰੂ ਕੀਤਾ। ਔਰ ਫਿਰ ਉਹ ਪਤਾ ਲੱਗਿਆ ਕਿ ਜੋ ਸਾਡੇ ਇਤਿਹਾਸਕਾਰ ਸਾਨੂੰ ਕਿਤਾਬਾਂ 'ਚ ਨੈਰੇਟਿਵ ਸੈੱਟ ਕਰ ਰਹੇ ਜੀ, ਉਹ ਕੁਛ ਵੀ ਉਹਨਾਂ ਦਾ ਕੋਈ ਵੀ ਨੈਰੇਟਿਵ ਸਹੀ ਨਹੀਂ ਹੈ।
ਬਿਲਕੁਲ। ਦਰਅਸਲ ਜੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਮਿਸਲਾਂ ਦਾ ਇਤਿਹਾਸ ਪੜ੍ਹਦੇ ਆ ਨਾ, ਜਿੰਨਾ ਬੇਇਨਸਾਫੀ ਜਿਹੜੀ ਹੈ ਜੀ ਸਾਡੇ ਆਪਣਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੀ ਹੈ, ਸ਼ਾਇਦ ਹੋਰ ਕਿਸੇ ਦੇ ਨਾਲ ਨਾ ਹੋਈ ਹੋਵੇ। ਜੀ ਜੀ ਜੀ, ਉਹ ਆਪਾਂ ਸਾਈਡ ਜਿਹੜਾ ਉਹ ਸਾਈਡ ਤੇ ਰੱਖਾਂਗੇ ਚੀਜ਼। ਤੁਸੀਂ ਸ਼ੁਰੂਆਤ ਕਿੱਥੋਂ ਕੀਤੀ? ਜੀ ਮੈਂ 2016 ਦੇ ਵਿੱਚ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਯਾਤਰਾ 300 ਸਾਲਾ ਸ਼ਹੀਦੀ ਯਾਤਰਾ ਜੰਮੂ ਰਿਆਸੀ ਤੋਂ ਚੱਲ ਕੇ ਦਿੱਲੀ ਪਹੁੰਚੀ ਹੈ, ਤੇ ਜਿਹੜੀਆਂ ਰਸਤੇ 4 ਸਟੇਟ ਗਵਰਨਮੈਂਟਸ ਆਉਂਦੀਆਂ, ਜੰਮੂ ਕਸ਼ਮੀਰ, ਪੰਜਾਬ, ਹਰਿਆਣਾ ਤੇ ਦਿੱਲੀ ਗਵਰਨਮੈਂਟ ਨੇ ਉਹਨੂੰ ਸਟੇਟ ਗੈਸਟ ਦਾ ਦਰਜਾ ਦਿੱਤਾ। ਕਿਉਂਕਿ ਸਟੇਟ ਗੈਸਟ ਦਾ ਦਰਜਾ ਦੇਣ ਤੋਂ ਬਾਅਦ ਤਾਂ ਫਿਰ ਜਦੋਂ ਸਰਕਾਰੀ ਸਿਸਟਮ ਹੈ ਫਿਰ ਉਹ ਪ੍ਰੋਟੋਕਾਲ 'ਚ ਉਤਰ ਜਾਂਦਾ, ਉਹ ਉਹਨਾਂ ਨੂੰ ਵੈਲਕਮ ਕਰਤਾ। ਤੇ ਜਦੋਂ ਉਹ ਯਮੁਨਾ ਨਗਰ ਪਹੁੰਚੀ ਤੇ ਉਹਨੇ ਲੋਹਗੜ੍ਹ ਯਾਤਰਾ ਨੇ ਜਾਣਾ ਸੀਗਾ, ਮੇਰੇ ਡੀਸੀ ਕਹਿਣ ਲੱਗੇ ਕਿ ਜੀ ਤੁਹਾਡਾ ਆਪਣਾ ਧਰਮ ਦਾ ਮਸਲਾ ਹੈ, ਤੁਸੀਂ ਨੋਡਲ ਅਫਸਰ ਨੂੰ ਸੰਭਾਲੋ ਯਾਤਰਾ ਨੂੰ ਔਰ ਅਰੇਂਜਮੈਂਟ ਕਰੋ। ਅਰੇਂਜਮੈਂਟ ਕੀਤਾ, ਬੜਾ ਵੱਡੇ ਪੱਧਰ ਤੇ ਅਰੇਂਜਮੈਂਟ ਹੋਇਆ ਔਰ ਤਕਰੀਬਨ 30-35 ਹਜ਼ਾਰ ਲੋਕ ਇਕੱਠੇ ਹੋਏ। ਮੈਂ ਵੀ ਪਹਿਲੀ ਵਾਰ ਉੱਥੇ ਲੋਹਗੜ੍ਹ ਗਿਆ ਤੇ ਜਦੋਂ ਗਿਆ ਤੇ ਤਕਰੀਬਨ ਸਾਨੂੰ 2.5-3 ਕਿਲੋਮੀਟਰ ਪਹਿਲੇ ਨਦੀ ਇੱਕ ਜੋ ਕਿ ਪੱਥਰਾਂ ਨਾਲ ਭਰੀ ਹੋਈ ਹੈ, ਉਹ 'ਚ ਗੱਡੀਆਂ ਪਾ ਕੇ ਤੇ ਤੁਹਾਨੂੰ ਫਿਰ ਉਸ ਨਦੀ ਦੇ ਵਿੱਚੋਂ ਉਸ ਲੋਹਗੜ੍ਹ ਕਿਲੇ ਦੇ ਨਜ਼ਦੀਕ ਅਸੀਂ ਪਹੁੰਚ ਸਕਦੇ ਹਾਂ। ਉੱਥੇ ਪਹੁੰਚੇ ਤੇ ਜਦੋਂ ਹੋਰ ਦੇਖਿਆ 2-4 ਦਿਨ ਤੇ ਸਾਨੂੰ ਇਹ ਪਤਾ ਲੱਗਿਆ ਕਿ ਤਕਰੀਬਨ ਇਹ ਤਾਂ ਜਿਹੜੀ ਲੋਹਗੜ੍ਹ ਖਾਲਸਾ ਰਾਜਧਾਨੀ ਹੈ, ਇਹ ਤਾਂ ਇੱਕ ਵੀ ਖਾਲਸਾ ਨਹੀਂ ਵਸਦਾ, 100% ਮੁਸਲਿਮ ਪੋਪੂਲੇਟਡ ਹੈ। ਔਰ ਫਿਰ ਜਿੱਦਾਂ ਸਾਡੇ ਨਾਲ ਇੱਕ ਡਿਪਾਰਟਮੈਂਟ ਹੁੰਦਾ ਪਬਲਿਕ ਰਿਲੇਸ਼ਨ ਦਾ, ਤੇ ਪਬਲਿਕ ਰਿਲੇਸ਼ਨ ਦਾ ਜੋ DPR ਉਹ ਪੁੱਛਣ ਲੱਗਿਆ, ਕਹਿੰਦਾ ਸਰ ਦੱਸੋ ਕਿ ਅਸੀਂ ਕੀ ਲਿਖੀਏ ਲੋਹਗੜ੍ਹ ਬਾਰੇ। ਹੁਣ ਮੈਨੂੰ ਤਾਂ ਸਿੱਖ ਇਤਿਹਾਸ ਦਾ ਹੀ ਨਹੀਂ ਪ੍ਰੋਪਰ ਪਤਾ ਸੀਗਾ, ਔਰ ਲੋਹਗੜ੍ਹ ਬਾਰੇ ਜਦੋਂ ਅੱਜ ਕੱਲ੍ਹ ਅਸੀਂ ਬੜਾ ਗੂਗਲ ਸਰਚ ਕਰਨ ਲੱਗ ਜਾਂਦੇ ਹਾਂ, ਗੂਗਲ ਸਰਚ ਕਰਨਾ ਸ਼ੁਰੂ ਕੀਤਾ ਤੇ ਲੋਹਗੜ੍ਹ ਬਾਰੇ ਕੋਈ ਵੀ ਲੰਬੀ ਚੌੜੀ ਗੱਲ ਨਹੀਂ ਪਤਾ। ਬਸ ਇੰਨਾ ਲਿਖਿਆ ਸੀਗਾ ਜਰਨੈਲ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦਾ ਬਣਾਇਆ ਹੋਇਆ ਕੋਈ ਕਿਲਾ ਸੀਗਾ ਮੁਖਲਿਸਗੜ੍ਹ, ਉਹਨੂੰ ਕਾਬੂ ਕਰਕੇ ਖਾਲਸਾ ਰਾਜਧਾਨੀ ਬਣਾ ਲਿਆ ਸੀਗਾ, ਔਰ ਇੱਥੋਂ ਬੜੀ ਵੱਡੀ ਲੜਾਈ ਹੋਈ। ਬਸ ਇੰਨੀ ਕੁ ਛੋਟੀ ਮੋਟੀ ਗੱਲਾਂ ਲਿਖੀਆਂ ਸੀਗੀਆਂ। ਫਿਰ ਮੈਨੂੰ ਲੱਗਿਆ ਕਿ ਨਹੀਂ, ਸਾਨੂੰ ਥੋੜਾ ਯਾਤਰਾ ਆਈ ਨਿਕਲ ਗਈ, ਚਾਹੁੰਦਾ ਤੇ ਅਸੀਂ ਵੀ ਚੁੱਪ ਹੋ ਕੇ ਬੈਠ ਜਾਂਦੇ, ਲੇਕਿਨ ਫਿਰ ਮੈਨੂੰ ਲੱਗਿਆ ਕਿ ਨਹੀਂ, ਥੋੜਾ ਪੜ੍ਹਨਾ ਚਾਹੀਦਾ ਕਿ ਮਤਲਬ ਸਾਡੀ ਹਿਸਟਰੀ ਹੈ ਕੀ ਹੈ। ਬੇਸਿਕਲੀ ਹਿਸਟਰੀ ਜਦੋਂ ਪੜ੍ਹਨੀ ਸ਼ੁਰੂ ਕੀਤੀ, ਜਿੰਨੇ ਕੁ ਇਤਿਹਾਸਿਕ ਕਿਤਾਬਾਂ ਉਪਲਬਧ ਸੀਗੀਆਂ ਹਿਸਟਰੀ ਦੇ ਉੱਪਰ, ਉਹ ਤਕਰੀਬਨ ਸਾਰੇ ਇਤਿਹਾਸਕਾਰ ਲਿਖਦੇ ਨੇ ਕਿ 2 ਤੋਂ 2.5 ਲੱਖ ਫੌਜ ਇੱਥੇ 6 ਸਾਲ ਘੇਰਾ ਪਾ ਕੇ ਲੋਹਗੜ੍ਹ ਨੂੰ ਬੈਠੀ ਰਹੀ, ਔਰ 1710 ਤੋਂ 1716 ਤੱਕ ਇੱਥੇ ਬੈਟਲਸ ਹੋਈਆਂ ਨੇ। ਇਹ 'ਚ ਕੋਈ ਮਤਲਬ ਕੋਈ ਕੰਟਰੋਵਰਸੀ ਨਹੀਂ ਹੈ। ਹੁਣ ਜਦੋਂ ਇਸ ਗੱਲ ਨੂੰ ਮੈਂ ਦੇਖਿਆ ਕਿ ਅਲਟੀਮੇਟਲੀ ਮੈਂ ਇੱਕ ਪਹਿਲੀ ਪਹਾੜੀ ਤੇ ਚੜ੍ਹਿਆ ਜਿੱਥੇ ਪਹਿਲਾ ਨਿਸ਼ਾਨ ਸਾਹਿਬ ਨੇ ਲਾਇਆ ਹੋਇਆ, ਤੇ ਉਹ ਕਹਿੰਦੇ ਨੇ ਕਿ ਇੱਥੇ ਤੇ ਜਰਨੈਲ ਬੰਦਾ ਸਿੰਘ ਬਹਾਦਰ ਤੇ ਆਪਣਾ ਦਰਬਾਰ ਲਾਉਂਦੇ। 2 ਏਕੜ ਦੀ ਪਹਾੜੀ ਆ ਉੱਪਰ ਪਲਾਟੋ, ਔਰ ਉਹਦੇ ਉੱਪਰ ਚੜਿਆ ਤੇ 1 ਏਕੜ ਦੀ ਪਹਾੜੀ ਹੋਰ ਹੈ, ਤਕਰੀਬਨ ਹੋਰ ਅਸੀਂ ਤਕਰੀਬਨ 50 ਮੀਟਰ ਹੋਰ ਉੱਪਰ ਚੜ ਜਾਂਦੇ ਆ, ਤੇ ਸਾਨੂੰ ਪਤਾ ਲੱਗਦਾ ਕਿ ਮਤਲਬ ਉੱਥੇ ਤਾਰਾਗੜ੍ਹ ਨਾਮ ਦਾ ਇੱਕ ਕਿਲਾ ਸੀਗਾ ਜੋ ਮੌਜੂਦਾ ਇਤਿਹਾਸ ਹੈ। ਫਿਰ ਮੈਂ ਜਦੋਂ ਦੋਨਾਂ ਪਹਾੜੀਆਂ ਦਾ ਸਰਵੇ ਕੀਤਾ, ਮੈਂ ਸੋਚਿਆ ਰੁਪਇਆ 2.5 ਲੱਖ ਦੀ ਲੋੜ ਕੀ ਸੀਗੀ, ਜੇ 500-700 ਵੀ ਬੰਦਾ ਹੁੰਦਾ ਇਹਨੂੰ ਘੇਰਾ ਪਾਉਂਦਾ ਤਾਂ ਇਹ ਤਾਂ ਸਾਰ ਹੋ ਜਾਣੀ ਸੀਗੀਆਂ, ਔਰ ਲੈਸ ਦੈਨ 1 ਡੇ ਵੀ ਸਮਥਿੰਗ ਇਜ਼ ਮਤਲਬ ਮਿਸਿੰਗ, ਜੋ ਆਪਾਂ ਸਹੀ ਨਹੀਂ ਸਾਨੂੰ ਨਰੇਟ ਕੀਤਾ ਜਾ ਰਿਹਾ ਲੋਹਗੜ੍ਹ ਖਾਲਸਾ ਰਾਜਧਾਨੀ ਦੁਆਰਾ। ਫਿਰ ਗ੍ਰੈਜੂਅਲੀ ਹੋਇਆ ਕਿ ਮੈਂ ਲੱਗਿਆ ਕਿ ਚਲੋ ਮੈਨੂੰ ਪਹਾੜੀ ਤੋਂ ਉਤਰੇ ਉੱਥੇ, ਕਿਉਂਕਿ ਸੀਰੀਜ਼ ਸ਼ਿਵਾਲਿਕ ਬੈਲਟ ਚੱਲ ਰਹੀ ਹੈ, ਪਿਛਲੀ ਪਹਾੜੀ ਤੇ ਚੜ ਗਏ, ਉੱਥੇ ਵੇਖਿਆ ਉੱਥੇ ਵੀ ਨਾਨਕਸ਼ਾਹੀ ਇੱਟਾਂ ਵਿਖਰੀਆਂ ਪਈਆਂ। ਫਿਰ ਮੈਂ ਸੋਚਿਆ ਨਾ, ਇਹ ਤਾਂ ਬੰਬਲਾ ਕੁਛ ਹੋਰ ਵੀ ਹੈ। ਫਿਰ ਉੱਥੇ ਗਏ, ਫਿਰ ਅਸੀਂ 2-3 ਕਿਲੋਮੀਟਰ ਹੋਰ ਡੀਪ ਗਏ ਜੰਗਲ 'ਚ, ਫਿਰ ਪਹਾੜੀ ਤੇ ਚੜੇ, ਪਹਾੜੀ ਉੱਥੇ ਵੀ ਉਹੀ ਹਾਲ। ਫਿਰ ਮੈਂ ਕਿਹਾ ਯਾਰ ਇੱਦਾਂ ਤਾਂ ਜੰਗਲ 'ਚ ਫਿਰਨਾ ਠੀਕ ਨਹੀਂ, ਕਾਰਨ ਕੀ ਕਿ ਹਿਮਾਚਲ ਦਾ ਏਰੀਆ ਸ਼ੁਰੂ ਹੋ ਗਿਆ ਔਰ ਰਿਜ਼ਰਵ ਫੋਰੈਸਟ ਏਰੀਆ ਸੀਗਾ। ਫਿਰ ਮੈਂ ਆਪਣੇ DC ਡਿਪਟੀ ਕਮਿਸ਼ਨਰ ਤੋਂ ਚਿੱਠੀ ਲਿਖਵਾਈ, ਡਿਪਟੀ ਕਮਿਸ਼ਨਰ ਸਰ ਮੌਰ ਕੋਲ। ਉਹਨਾਂ ਨੇ ਡਿਵੀਜ਼ਨਲ ਫੋਰੈਸਟ ਆਫਿਸਰ ਉੱਥੇ ਨੋਡਲ ਅਫਸਰ ਮੈਨੂੰ ਅਪੁਆਇੰਟ ਕੀਤਾ ਵੀ ਸਾਡੇ ਬੰਦੇ ਦੇਖਣਾ ਚਾਹੁੰਦੇ ਕਿ ਮਾਮਲਾ ਹੈ ਕੀ ਹੈ। ਅਸੀਂ 4 ਮਹੀਨੇ ਫਿਰੇ ਜੀ ਜੰਗਲਾਂ 'ਚ, ਠੀਕ, ਔਰ ਮਨ ਭਰ ਕੇ ਜਿੱਦਾਂ ਇਹ ਤਾਂ ਹੈ ਹੀ ਹੈ ਕਿ ਆਪਣਾ ਸ਼ਨੀਵਾਰ ਐਤਵਾਰ ਛੁੱਟੀ ਹੁੰਦੀ ਸੀਗੀ, ਔਰ ਆਪਣਾ ਜਿੰਨਾ ਸਮਾਨ ਪੈਕ ਕਰ ਲੈਣਾ, ਪਾਣੀ ਪੈਕ ਕਰ ਲੈਣਾ, ਔਰ ਉਹਦੇ ਵਿੱਚ ਪਹਾੜੀਆਂ ਲੱਭਣੀਆਂ ਸ਼ੁਰੂ ਕੀਤੀਆਂ। ਮੇਰੇ ਨਾਲ 4-5 ਬੰਦੇ ਉੱਥੇ ਲੋਕਲ ਹੋਰ ਜੁੜ ਗਏ, ਕਿ ਜੁੜੇ ਤਾਂ ਇਸ ਕਰਕੇ ਵੀ ਇੱਕ ਤਾਂ ਬਿਲਕੁਲ ਗੁਰਮਤਿ ਮਰਿਆਦਾ ਨਾਲ ਜਰਨੈਲ ਸਿੰਘ ਜੀ ਜੁੜ ਗਏ, ਬਾਕੀ ਕੁਛ ਹੋ ਸੋਚੇ ਵੀ ਅਫਸਰ ਹੈ ਬਈ ਨਾਲ ਤੁਰੀਏ, ਪਤਾ ਨਹੀਂ ਕੀ ਲੱਭਦਾ ਫਿਰਦਾ, ਤੇ ਦੋਸਤੀ ਯਾਰੀ ਦੋਸਤੀ ਸੀਗੀ, ਚੱਲਣੇ ਸ਼ੁਰੂ ਹੋ ਗਏ ਜੰਗਲਾਂ 'ਚ। ਅਸੀਂ ਇੰਨੇ ਪੈਸ਼ਨੇਟਲੀ ਜੰਗਲਾਂ 'ਚ ਫਿਰਨਾ ਸ਼ੁਰੂ ਕੀਤਾ ਕਿ ਫਿਰਦੇ
ਉਹ ਬਹੁਤ ਸਾਰੇ ਆਰਕੀਓਲੋਜੀਕਲ ਐਵੀਡੈਂਸ ਮਿਲੇ ਜੋ ਕਿ ਮੈਂ ਤੁਹਾਨੂੰ ਆਪਣੇ ਅੱਜ ਪੈਨ ਡਰਾਈਵ 'ਚ ਪਾ ਕੇ ਵੀ ਦੇ ਜਾਂਗਾ, ਤੁਸੀਂ ਉਹ ਆਪਣੇ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਜੀ। ਔਰ ਫਿਰ ਅਲਟੀਮੇਟਲੀ ਮੈਨੂੰ ਲੱਗਿਆ ਕਿ ਇਹ ਮਾਮਲਾ ਬਹੁਤ ਟੇਢਾ, ਕਿਉਂਕਿ ਹਜ਼ਾਰਾਂ ਏਕੜ 'ਚ ਸੀਗੇ ਔਰ ਅੱਜ ਵੀ ਮੌਜੂਦ ਨੇ ਆਰਕੀਓਲੋਜੀਕਲ ਐਵੀਡੈਂਸਿਸ। ਗਿਣਤੀ ਲੈ ਕੇ ਪਹਾੜੀ ਤੇ ਚੜੇ, ਠੀਕ, ਉੱਥੇ ਜਾ ਕੇ ਖੁਦਾਈ ਕੀਤੀ, ਫਿਰ ਨਾਨਕਸ਼ਾਹ ਇੱਟਾਂ ਦੀਆਂ ਨੀਹਾਂ ਅੱਜ ਵੀ ਗਵਾਹੀਆਂ ਦੇ ਰਹੀਆਂ ਕਿ ਇੱਥੇ ਖਾਲਸਾ ਰਾਜ ਸਥਾਪਿਤ ਹੋਇਆ ਜੀ। ਫਿਰ ਜੀ ਇਹਦੀ ਲੋਕੇਸ਼ਨ ਤੁਹਾਨੂੰ ਦੱਸਣਾ ਚਾਹੁੰਦਾ ਜੀ। ਕਿ ਲੋਕੇਸ਼ਨ ਕੀ ਹੈ। ਜਿਸ ਪਹਾੜੀ ਤੇ ਇਹ ਖਾਲਸਾ ਰਾਜਧਾਨੀ ਦੇ ਕਿਲੇ ਨੇ ਉਹਨੂੰ ਡਾਬਰ ਦੀਆਂ ਪਹਾੜੀਆਂ ਕਿਹਾ ਗਿਆ, ਡਾਬਰ ਦੀ ਪਹਾੜੀ। ਠੀਕ। ਤੇ ਉਹ ਪਹਾੜੀ ਜਿਹੜੀ ਹੈਗੀ ਹੈ ਬਾਕੀ ਸ਼ਿਵਾਲਿਕ ਦੀ ਪਹਾੜੀਆਂ ਨੂੰ ਟੱਚ ਜੋ ਡਿਵਾਈਡ ਹੁੰਦੀ ਹੈ, ਕਿਉਂਕਿ ਉਹਦੇ ਇੱਕ ਤਰਫ ਤੋਂ ਯਮੁਨਾ ਦਰਿਆ ਨਿਕਲ ਰਿਹਾ ਜੀ, ਇੱਕ ਤਰਫ ਤੋਂ ਮਾਰਕੰਡਾ ਦਰਿਆ ਨਿਕਲ ਰਿਹਾ ਤੇ ਪਿੱਛੋਂ ਵੀ ਨਦੀਆਂ ਨਿਕਲ ਰਹੀਆਂ, ਤਿੰਨ ਤਰਫ ਤੋਂ ਨਦੀਆਂ ਨਿਕਲਦੀਆਂ ਇਸ ਪਹਾੜੀ ਦੇ ਆਲੇ ਦੁਆਲੇ, ਅਟੈਕ ਨਹੀਂ ਹੋ ਸਕਦਾ। ਔਰ ਫਿਰ ਸਾਨੂੰ ਸਮਝ ਆਇਆ ਕਿ ਇਹ ਤਾਂ ਜੀਓਗ੍ਰਾਫਿਕਲੀ ਬਹੁਤ ਸੋਚ ਸਮਝ ਕੇ ਇਹ ਪਲੇਸ ਆਇਡੈਂਟੀਫਾਈ ਕੀਤੀ ਗਈ, ਐਵੇਂ ਨਹੀਂ ਆਇਡੈਂਟੀਫਾਈ ਕੀਤੀ ਗਈ ਜੀ। ਅਸੀਂ ਜਿਹੜੀ ਲਾਸਟ ਸਾਨੂੰ ਆਰਕੀਓਲੋਜੀਕਲ ਐਵੀਡੈਂਸ ਖਾਲਸਾ ਰਾਜ ਦਾ ਮਿਲਿਆ, ਉੱਥੋਂ ਦੀ ਪੌਂਟਾ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧੀ ਜਗ੍ਹਾ, ਪੌਂਟਾ ਸਾਹਿਬ ਕੋਈ ਮਸ਼ਹੂਰ ਜਗ੍ਹਾ ਜੀ, 20 ਕਿਲੋਮੀਟਰ ਦੂਰ ਹੈ ਟੂਵਰਡਸ ਈਸਟ, ਠੀਕ ਹੈ ਜੀ। ਔਰ ਟੂਵਰਡਸ ਵੈਸਟ ਇੱਕ ਹੋਰ ਪਲੇਸ ਹੈ, ਉਹ ਹੈ ਨਾਹਨ ਜੀ। ਨਾਹਨ ਵੀ 20 ਕਿਲੋਮੀਟਰ ਦੀ ਦੂਰੀ ਤੇ ਹੈ। ਨਾਹਨ ਇਹ ਵਣਜਾਰੇ ਸਿੱਖਾਂ ਦਾ ਵਸਾਇਆ ਹੋਇਆ ਸ਼ਹਿਰ ਜੀ। ਭਾਈ ਮਨੀ ਸਿੰਘ ਜੀ ਦੇ ਵੱਡੇ ਵਡੇਰੇ ਇੱਥੇ ਰਹਿੰਦੇ ਸੀਗੇ। ਭਾਈ ਮਨੀ ਸਿੰਘ ਦੇ ਫਾਦਰ ਭਾਈ ਮਾਈ ਦਾਸ ਦਾ ਬਰਥ ਪਲੇਸ ਵੀ ਨਾਹਨ। ਹੁਣ ਇੱਥੋਂ ਦੀ ਸਮਝ ਆ ਗਈ ਕਿ ਇਹ ਕਰੈਕਟਰ ਬੈਠੇ ਹੋਏ ਨੇ ਇੰਪੋਰਟੈਂਟ। ਹੁਣ ਇਸ ਕਿਲੇ ਦੇ ਬਿਲਕੁਲ ਸਾਊਥ ਟੂਵਰਡ ਸਾਊਥ ਸ਼ਹਿਰ ਸਡੌਰਾ ਪੀਰ ਬੁੱਧੂ ਸ਼ਾਹ ਦਾ, ਉਹ 20 ਕਿਲੋਮੀਟਰ ਤੇ ਜੀ। ਹੁਣ ਇਹਨੂੰ ਹੋਲਿਸਟਿਕਲੀ ਸਟੱਡੀ ਕਰਨਾ ਸ਼ੁਰੂ ਕੀਤਾ ਬਈ ਇਹ ਇਦਾਂ ਨਹੀਂ ਹੈ ਕਿ ਜੀ ਪੌਂਟਾ ਸਾਹਿਬ ਵੀ ਨੇੜੇ ਹੈ, ਨਾਨ ਵੀ ਨੇੜੇ ਹੈ, ਸਡੌਰਾ ਵੀ ਨੇੜੇ ਹੈ। ਔਰ ਪੀਰ ਬੁੱਧੂ ਸ਼ਾਹ ਹੋਣਾ ਦਾ ਵੀ ਜੋ ਹਿਸਟਰੀ ਆਪਣੀ ਛੋਟੀ ਕਰਕੇ ਪੇਸ਼ ਕੀਤੀ ਗਈ ਵੀ ਜਦੋਂ 500 ਪਠਾਨ ਭੱਜ ਕੇ ਤੇ 700 ਮਰੀਦਾਂ ਨਾਲ ਪਹੁੰਚੇ, 2 ਪੁੱਤਰ ਪਿਤਾ ਤੇ ਇੱਕ ਭਰਾ ਦੀ ਸ਼ਹੀਦੀ ਹੈ, ਐਵੇਂ ਥੋੜਾ ਨਾ ਹੋਗੀ 4 ਜੀਆਂ ਦੀ ਸ਼ਹੀਦੀ। ਸੋ ਵਿੱਚ ਤੁਹਾਡੀ ਗੱਲ ਕਿ ਉੱਥੇ ਤੇ ਨੈਰੇਟਿਵ ਜਿਹੜਾ ਇਹ ਸਿਰਜਿਆ ਗਿਆ ਜੀ ਕਿ ਜਿਹੜੀ ਲੜਾਈ ਸੀ ਉਹ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸੀ। ਹਾਂ। ਔਰ ਸਿਰਫ ਉਹਨੂੰ ਸਾਬਤ ਕਰਦਿਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਸਨ ਉਹ ਸਾਡੇ ਤੋਂ ਲੁਕੋ ਲਈਆਂ ਗਈਆਂ, ਲੁਪਤ ਕਰ ਦਿੱਤੀਆਂ ਗਈਆਂ ਜੀ। ਨਹੀਂ, ਉਹ ਮੈਂ ਤੁਹਾਨੂੰ ਅੱਗੇ ਆ ਕੇ ਦੱਸਦਾ, ਉਹ ਆਲ ਟੂਗੈਦਰ ਡਿਫਰੈਂਟ ਨੈਰੇਟਿਵ ਹੈ। ਉਹ ਜੋ ਲੜਾਈ ਸੀ ਉਹ ਐਟਰੋਸਿਟੀਜ਼ ਦੇ ਖਿਲਾਫ ਹੈ, ਉਹ ਜ਼ੁਲਮ ਜ਼ਬਰ ਦੇ ਖਿਲਾਫ ਹੈ, ਉਹ ਕੋਈ ਕੀਤੇ ਦੇ ਖਿਲਾਫ ਨਹੀਂ ਸੀ। ਡੈਫੀਨੇਟਲੀ ਮੁਸਲਮਾਨਾਂ ਦੇ ਖਿਲਾਫ ਤਾਂ ਨਹੀਂ ਸੀਗੀ, ਮੁਗਲਾਂ ਦੇ ਖਿਲਾਫ ਸੀਗੀ। ਕਾਰਨ ਕੀ ਸੀ ਕਿ ਮੁਗਲ ਜ਼ੁਲਮ ਜ਼ਬਰ ਕਰਨ ਤੋਂ ਨਹੀਂ ਹਟ ਰਹੇ ਸੀਗੇ। ਔਰ ਇਹਦੇ ਵਿੱਚ ਥੋੜਾ ਫਰਕ ਹੈ। ਕਾਰਨ ਕੀ ਹੈ ਕਿ ਬਹੁਤ ਵੱਡੀ ਜਰਨੈਲ ਬੰਦਾ ਸਿੰਘ ਬਹਾਦਰ ਨਾਲ ਜੋ ਉਹਨਾਂ ਦੀ ਫੌਜ ਦੇ ਵਿੱਚ 5000 ਸੈਨਿਕ ਮੁਸਲਮਾਨ ਕੀਤੇ ਚੋਂ ਵੀ ਸੀਗੇ। ਔਰ ਇਹ ਇਤਿਹਾਸਿਕ ਤੱਥ ਦੱਸਦੇ ਨੇ ਕਿਉਂਕਿ ਲੜਾਈ ਆਪਸ ਦੇ ਵਿੱਚ ਹੋ ਰਹੀ ਸੀਗੀ। ਔਰ ਬੜੇ ਸਾਰੇ ਜਿਹੜੇ ਲੋਕ ਨੇ ਜਿਹੜੀ ਹਿੰਦੂ ਵਿਚਾਰਧਾਰਾ ਦੇ ਮੁਗਲਾਂ ਦੇ ਨਾਲ ਰਲ ਕੇ ਸਿੱਖਾਂ ਦੇ ਵਿਰੁੱਧ ਲੜਾਈ ਵੀ ਲੜ ਰਹੇ ਸੀਗੇ। ਤੇ ਉਹ ਮਤਲਬ ਨੈਰੇਟਿਵ ਕੁਝ ਆਲ ਟੂਗੇਦਰ ਡਿਫਰੈਂਟ ਹੈ ਜੀ। ਤੇ ਫਿਰ ਇੱਕ ਡਾਕੂਮੈਂਟ ਪੜ੍ਹਿਆ ਜਾਂਦਾ ਹੈ, ਡਾਕੂਮੈਂਟ ਦਾ ਨਾਮ ਹੈ ਅਖਬਾਰੇ ਦਰਬਾਰੇ ਮੌਲਾ। ਉਹ ਅਸੀਂ ਨੈਸ਼ਨਲ ਆਰਕਾਈਵ ਚੋਂ ਡਾਕੂਮੈਂਟ ਕਢਵਾਇਆ। ਇਹ ਬੇਸਿਕਲੀ ਇਹ ਡਾਕੂਮੈਂਟ ਕੀ ਹੈ ਕਿ ਜਿਹੜੀਆਂ ਇੰਟੈਲੀਜੈਂਸ ਰਿਪੋਰਟਸ ਕੰਪਾਈਲ ਕਰਕੇ ਐਂਪਰਰ ਦੇ ਕੋਰਟ 'ਚ ਪੜ੍ਹੀਆਂ ਗਈਆਂ ਜੀ, ਉਸ ਬੈਟਲ ਉਸ ਲੋਹਗੜ੍ਹ ਨੂੰ ਲੈ ਕੇ, ਉਹ ਬਾਦਸ਼ਾਹ ਨੂੰ ਪੜ੍ਹ ਕੇ ਸੁਣਾਈਆਂ ਗਈਆਂ। ਡੈਫੀਨੇਟਲੀ ਝੂਠੀਆਂ ਨਹੀਂ ਸੀਗੀਆਂ, ਆਲਦੋ ਉਹ 'ਚ ਸਿੱਖਾਂ ਬਾਰੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ, ਲੇਕਿਨ ਉਹ 'ਚੋਂ ਜੋ ਡਾਟਾ ਤੇ ਸਟੈਟਿਸਟਿਕਸ ਜੋ ਮਿਲਦੇ ਆ ਉਹ 'ਚੋਂ ਬੜੀਆਂ ਸਾਰੀਆਂ ਗੱਲਾਂ ਨੈਰੇਟਿਵ ਕਲੀਅਰ ਹੋ ਜਾਂਦਾ ਕਿ ਮਾਮਲਾ ਸੀਗਾ ਕੀ। ਹਿਸਟਰੀ ਤਾਂ ਅਸੀਂ ਆਪ ਲਿਖਣੀ ਹੈ, ਡਾਟਾ ਉਹ 'ਚੋਂ ਲੈ ਲਿਆ ਜੀ। ਹੁਣ ਕਿਉਂਕਿ ਉਹਨਾਂ ਨੇ ਤਾਂ ਸਾਡੀ ਹਿਸਟਰੀ ਲਿਖਣੀ ਨਹੀਂ ਸੀਗੀ, ਉਹਨਾਂ ਨੇ ਲਿਖਿਆ ਕਾਲੇ ਮੂੰਹ ਵਾਲੇ ਸਿੱਖ, ਜਿਨ੍ਹਾਂ ਨੇ ਮਤਲਬ ਕਾਫਰ, ਇਸ ਤਰੀਕੇ ਦੇ ਵਰਡ ਬੜੇ ਇਸਤੇਮਾਲ ਹੋਏ ਉਸ ਉਹਨਾਂ ਡਾਕੂਮੈਂਟਸ ਦੇ ਵਿੱਚ। ਚਲੋ ਐਨੀ ਹਾਓ ਕਿ ਅਲਟੀਮੇਟਲੀ ਜਦੋਂ ਉਸਦੇ ਵਿੱਚ ਇੱਕ ਡਾਕੂਮੈਂਟ ਮਿਲਿਆ, ਉਹਦੇ ਵਿੱਚ ਲਿਖਿਆ ਕਿ ਜੀ ਲੋਹਗੜ੍ਹ ਖਾਲਸਾ ਰਾਜ ਦੇ 50 ਤੋਂ ਵੱਧ ਕਿਲੇ ਨੇ ਜੋ ਮੌਜੂਦਾ ਕਰਨਾਲ ਜ਼ਿਲ੍ਹੇ ਤੋਂ ਲੈ ਕੇ ਚੰਡੀਗੜ੍ਹ ਤੱਕ ਸਕੈਟਰਡ ਹੈ। ਅੱਛਾ ਜੀ। ਹੁਣ ਮੈਨੂੰ ਕਲੀਅਰ ਹੋਣੀ ਸ਼ੁਰੂ ਹੋਈ ਕਿ ਮਾਮਲਾ ਕੁਝ ਹੋਰ ਹੈ, ਕਿ ਇਹ 2.5 ਲੱਖ ਫੌਜ ਵਾਸਤੇ ਇੱਕ ਸਪੇਸ ਬਿਲਟ ਹੋ ਰਹੀ ਹੈ, ਐਵੇਂ ਨਹੀਂ ਮਤਲਬ ਹੋਈ। ਇਹ 125 ਕਿਲੋਮੀਟਰ ਦਾ ਪਸਾਰਾ ਸੀਗਾ। ਔਰ 6 ਹਰਿਆਣੇ ਦੇ ਮੌਜੂਦਾ ਜ਼ਿਲ੍ਹਿਆਂ ਦੇ ਵਿੱਚ ਇਹ ਮਾਮਲਾ ਫੈਲਿਆ ਹੋਇਆ ਸੀ। ਕਰਨਾਲ, ਉਸ ਤੋਂ ਬਾਅਦ ਤੁਹਾਡਾ ਕੁਰਸ਼ੇਤਰ, ਕੈਥਲ, ਯਮੁਨਾਨਗਰ, ਪਾਣੀ ਆਪਣਾ ਅੰਬਾਲਾ ਤੇ ਪੰਚਕੂਲਾ ਤੇ ਚੰਡੀਗੜ੍ਹ ਤੱਕ ਇਹ ਫੋਰਸ ਸਕੈਟਰਡ ਸੀਗੇ, ਜਿਸ 'ਚੋਂ 24 ਹਾਲੇ ਵੀ ਜਿੰਦੇ ਨੇ, ਲਾਈਵ ਹੈ ਕਿਲੇ। ਸਭ ਦਾ ਡਿਜ਼ਾਈਨ ਸੇਮ। ਮੈਂ ਤੁਹਾਨੂੰ ਕੁਝ
ਪਿਕਚਰਸ ਦੇ ਕੇ ਜਾਵਾਂ ਤੇ ਆਪਣੇ ਦਰਸ਼ਕਾਂ ਨੂੰ ਦਿਖਾ ਦਿਓ ਜੀ ਔਰ ਉਹਨਾਂ ਸਭ ਦਾ ਡਿਜ਼ਾਈਨ ਸੇਮ ਹੈ, ਅੱਜ ਖੜੇ ਨੇ। ਹੂੰ और प्रोफेसर गंडा सिंह भी जिक्र करते हैं, लेकिन लाइन एक ही लिखी है कि खालसा राज के 52 किले ने जो कि मुगल फौज को अगे नहीं वधन दे रहे, आपस च कोऑर्डिनेशन काम कर रहे हैं। एक प्रोफेसर गंडा सिंह भी लिख रहे हैं जी, एरविन भी लिखता है, लोकेशंस नहीं ट्रेस हुई जी। हुण सोचने वाली गल है, एक किला नहीं बनता, 50 किले, हाँ 50 किले जी, मैं तो 50 तो वध किले सीगे ते ਉਹ किन्ने तैयार करते जी, ਜਿਹੜੇ ਅਲਟੀਮੇਟਲੀ ਜਰਨੈਲ ਬੰਦਾ ਸਿੰਘ ਬਹਾਦਰ ਕੋ ਤਾਂ ਸਮਾਂ 6 ਸਾਲ ਦਾ, ਇੱਕ ਕਿਲਾ ਉਸ ਟਾਈਮ ਮਕੈਨੀਕਲ ਕੋਈ ਮੋਡ ਨਹੀਂ ਸੀਗਾ, ਕਿਲਾ ਤਿਆਰ ਹੋਣ ਤੇ 10-10 ਸਾਲ ਲੱਗਦੇ ਸੀਗੇ ਤੇ ਆਹ ਸਾਨੂੰ ਸਮਝਣਾ ਪਏਗਾ। ਦੂਸਰੀ ਗੱਲ ਕੀ ਹੈ, ਕਿਲਾ ਤਿਆਰ ਹੋਣ ਵਾਸਤੇ ਪੈਸਾ ਬਹੁਤ ਚਾਹੀਦਾ ਜੀ, ਲੋਟ ਆਫ ਮਨੀ ਇਜ਼ ਰਿਕੁਆਇਰਡ, ਇਕਨੋਮਿਕਸ ਫੈਕਟਰਸ ਵੀ ਹੈ, ਹਥਿਆਰ ਵੀ ਚਾਹੀਦੇ ਨੇ ਲੜਾਈ ਲੜਨ ਵਾਸਤੇ ਤੇ ਅਲਟੀਮੇਟਲੀ ਆਹ ਸਾਰਾ ਮਾਮਲਾ ਹੀ ਕੁਝ ਹੋਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਜੀ। ਫਿਰ ਅਸੀਂ ਇੱਕ ਛੋਟਾ ਟਰਸਟ ਫਾਰਮ ਕੀਤਾ, ਟਰਸਟ ਫਾਰਮ ਕਰਨ ਤੋਂ ਬਾਅਦ ਅਸੀਂ ਆਰਕੀਓਲੋਜਿਸਟ ਹਾਇਰ ਕੀਤੇ, ਠੀਕ, ਸਿਵਲ ਇੰਜੀਨੀਅਰ ਵੀ ਹਾਇਰ ਕੀਤੇ, ਉਹਨਾਂ ਨੂੰ ਪੇ ਕੀਤਾ ਔਰ ਪੇ ਕਰਨ ਤੋਂ ਬਾਅਦ ਅਸੀਂ ਕਿਹਾ ਵੀ ਸਾਨੂੰ ਇਹਦੀ ਪ੍ਰੋਪਰ ਟੈਕਨੀਕਲ ਸਟੱਡੀ ਦੱਸ ਦਿਓ ਜੀ ਕਿ ਅਸੀਂ ਹੁਣ ਮਤਲਬ ਹਰਿਆਣਾ 'ਚ ਕਹਿੰਦੇ ਨੇ ਹਰਿਆਣਵੀ ਵੀ ਧੂਲ 'ਚ ਲੱਠ ਨਹੀਂ ਮਾਰਨੀ, ਹੁਣ ਸਾਨੂੰ ਮਤਲਬ ਇੱਕ ਐਕੂਰੇਟ ਡਾਟਾ ਚਾਹੀਦਾ ਕਿ ਹੋਇਆ ਕੀ ਹੈ ਇੱਥੇ ਜੀ। ਉਹਨਾਂ ਨੇ ਜੀ ਟਾਈਮ ਮੋਸ਼ਨ ਸਟੱਡੀ ਕਰਾਈ ਜਿੰਨੀ ਕਿ ਸਾਨੂੰ ਉਸ ਟਾਈਮ ਪਤਾ ਸੀ, ਉਹਨਾਂ ਨੂੰ ਅਸੀਂ ਕਿਲੇ ਦਿਖਾਏ, ਉਹ ਕਹਿੰਦੇ ਵੀ ਸਾਹਿਬ ਇਹ ਘੱਟ ਤੋਂ ਘੱਟ ਵੀ 80-85 ਸਾਲ ਦਾ ਖੇਲ ਹੈ, ਘੱਟ ਟਾਈਮ ਮੋਸ਼ਨ ਸਟੱਡੀ ਉਹਨਾਂ ਨੇ ਜੋ ਕੀਤੀ ਜੀ। ਫਿਰ ਜਦੋਂ ਅਸੀਂ 1630 ਦਾ ਸਮਾਂ ਆਉਂਦਾ, 1710 'ਚ ਜੇ 80 ਸਾਲ ਮਾਈਨਸ ਕਰੀਏ ਜੀ ਤੇ ਥੋੜੀ ਨੈਰੇਟਿਵ ਸੈੱਟ ਹੋਣਾ ਸ਼ੁਰੂ ਹੋਇਆ ਕਿ ਕੀ ਹੈ ਲੋਹਗੜ੍ਹ ਹੈ। ਮਤਲਬ ਜਦੋਂ ਅਸੀਂ 1630 ਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਹਿਸਟਰੀ ਦੇਖਣੀ ਸ਼ੁਰੂ ਕੀਤੀ, ਦਰਬਾਰ ਸਾਹਿਬ ਦੀ ਰਾਖੀ ਵਾਸਤੇ ਵੀ ਕਿਲਾ ਤਿਆਰ ਹੋਇਆ, ਉਸ ਕਿਲੇ ਦਾ ਨਾਮ ਲੋਹਗੜ੍ਹ ਸੀਗਾ ਜੀ। ਹੁਣ ਅਸੀਂ ਬਚਪਨ ਤੋਂ ਦਰਬਾਰ ਸਾਹਿਬ ਜਾ ਰਹੇ ਹਾਂ, ਸਾਨੂੰ ਪਤਾ ਨਹੀਂ ਲੋਹਗੜ੍ਹ ਵੀ ਹੈ ਕੋਈ ਉੱਥੇ ਅੰਮ੍ਰਿਤਸਰ ਜੀ, ਠੀਕ ਹੈ। ਔਰ ਉੱਥੇ ਗੁਰਦੁਆਰਾ ਸਾਹਿਬ, ਕਿਉਂ ਕਿਲਾ ਉੱਥੇ ਡਿਮੋਲਿਸ਼ ਕਰਤਾ ਅੰਮ੍ਰਿਤਸਰ ਵੀ, ਇੱਕ ਗੁਰਦੁਆਰਾ ਸਾਹਿਬ ਹੈ ਲੋਹਗੜ੍ਹ ਦੀ ਯਾਦ ਚ ਬਣਿਆ ਹੋਇਆ, ਇਸ ਵਾਰ ਜਾਓਗੇ ਤਾਂ ਦੇਖ ਕੇ ਆਇਓ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦੀ ਤੋਪ ਵੀ ਪਈ ਹੋਈ ਹੈ। ਸਾਨੂੰ ਸਮਝਣਾ ਪਏਗਾ ਕਿ ਆਹ ਲੋਹਗੜ੍ਹ ਚੀਜ਼ ਕੀ ਹੈ ਔਰ ਇਹ ਗੁਰੂ ਸਾਹਿਬ ਇਸੀ ਨਾਮ ਦੇ ਕਿਲੇ ਕਿਉਂ ਉਸਾਰ ਰਹੇ ਨੇ। ਤੇ ਫਿਰ ਅਲਟੀਮੇਟਲੀ ਮਤਲਬ ਹਿਸਟਰੀ ਇਸ ਤਰੀਕੇ ਨਾਲ ਚੱਲਦੀ ਹੈ ਕਿ 1624 ਦੇ ਵਿੱਚ 6ਵੇਂ ਪਾਤਸ਼ਾਹ ਆਪਣਾ ਹੈੱਡਕੁਆਟਰ ਸ਼ਿਫਟ ਕਰਦੇ ਨੇ ਕੀਰਤਪੁਰ ਸਾਹਿਬ ਜੀ, ਔਰ ਬਿਲਾਸਪੁਰ ਦਾ ਰਾਜਾ ਆਉਂਦਾ, ਉਹ ਕਹਿੰਦਾ ਵੀ ਤੁਸੀਂ ਆਪਣਾ ਹੈੱਡਕੁਆਟਰ ਮੇਰੇ ਇਲਾਕੇ ਸ਼ਿਫਟ ਕਰੋ, ਮੈਂ ਤੁਹਾਨੂੰ ਫ੍ਰੀ ਆਫ ਕੋਸਟ ਜਗ੍ਹਾ ਦੇਣ ਨੂੰ ਤਿਆਰ ਹਾਂ। ਗੁਰੂ ਸਾਹਿਬ ਕਹਿੰਦੇ ਵੀ ਸਾਡੇ ਫ੍ਰੀ ਆਫ ਕੋਸਟ ਜਗ੍ਹਾ ਲੈਣ ਦਾ ਕੋਈ ਸਿਧਾਂਤ ਨਹੀਂ। ਉਹ 70 ਜਿਹੜੇ ਪਿੰਡਾਂ ਦੀ ਜਗੀਰ ਦੀ ਕੀਮਤ ਭਾਈ ਲੱਖੀ ਸ਼ਾਹ ਵਣਜਾਰੇ ਹੋਣੀ ਤੇ ਭਾਈ ਮੱਖਣ ਸ਼ਾਹ ਲਵਾਣੇ ਹੋਣੇ ਅਦਾ ਕਰਕੇ ਆਉਂਦੇ, ਇਤਿਹਾਸਿਕ ਸਰੋਤ ਕਹਿੰਦੇ ਨੇ, ਔਰ ਬਾਬਾ ਗੁਰਦਿੱਤਾ ਜੀ ਉਸ ਜਗ੍ਹਾ ਦੀ ਉਸਾਰੀ ਕਰਦੇ ਨੇ ਔਰ ਫਿਰ ਸਿੱਖੀ ਦਾ ਹੈੱਡਕੁਆਟਰ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਸ਼ਿਫਟ ਹੋ ਜਾਂਦਾ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਇਲਾਕੇ 'ਚ ਵੀ ਆਉਂਦੇ ਨੇ, ਠੀਕ ਹੈ ਜੀ, ਔਰ ਉੱਥੇ ਕੁਰਸ਼ੇਤਰ ਦੇ ਇਲਾਕੇ 'ਚ ਵੀ ਆਉਂਦੇ ਨੇ, ਫਿਰ ਗੜਵਾਲ ਵੀ ਜਾਂਦੇ ਨੇ। ਗੜਵਾਲ ਜਾ ਕੇ ਉੱਥੇ ਉਹਨਾਂ ਦੀ ਮੁਲਾਕਾਤ ਗੜਵਾਲ ਦੇ ਰਾਣੀ ਦੇ ਉੱਥੇ ਸਮਰੱਥ ਰਾਮਦਾਸ ਸ਼ਿਵਾ ਜੀ ਦਾ ਜੋ ਗੁਰੂ ਹੈ ਔਰ ਭਾਈ ਲੱਖੀ ਸ਼ਾਹ ਵਣਜਾਰੇ ਨਾਲ ਹੁੰਦੀ ਹੈ, ਔਰ ਇਸ ਇਲਾਕੇ 'ਚ ਉਹ ਵਿਚਰਦੇ ਵੀ ਨੇ ਜੀ। ਜ਼ਿਆਦਾ ਗੱਲ ਕਿਦੋਂ ਕਲੀਅਰ ਹੁੰਦੀ ਹੈ ਕਿ 7ਵੇਂ ਪਾਤਸ਼ਾਹ ਟਾਈਮ, ਆਹ ਬਹੁਤ ਇੰਪੋਰਟੈਂਟ ਗੱਲ ਹੈ ਜੀ। ਸਾਡੇ ਇਤਿਹਾਸਕਾਰਾਂ ਨੇ ਸਾਨੂੰ ਕਿਸ ਤਰੀਕੇ ਨਾਲ ਮੂਰਖ ਬਣਾਇਆ, ਉਹ ਗੱਲ ਇੱਕਦਮ ਸਾਹਮਣੇ ਆ ਗਈ ਜੀ। ਹੁਣ ਉਹ ਕਹਿੰਦੇ ਨੇ ਕਿ 1644 ਤੋਂ ਲੈ ਕੇ 1661 ਤੱਕ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਗੁਰੂ ਨੇ 17 ਸਾਲ ਜੀ, 17 ਸਾਲ ਗੁਰੂ ਨੇ, 13 ਸਾਲ ਲੋਹਗੜ੍ਹ ਦੀਆਂ ਪਹਾੜੀਆਂ 'ਚ 2200 ਘੁੜਸਵਾਰਾਂ ਦੇ ਨਾਲ, 13 ਸਾਲ ਲੋਹਗੜ੍ਹ ਦੀ ਪਹਾੜੀਆਂ 'ਚ ਪਿੰਡ ਥਾਪਲਪੁਰ, ਔਰ ਜਿਹੜਾ ਡਾਕੂਮੈਂਟ ਆ ਜ਼ਿਕਰ ਕਰਦਾ ਐਸਜੀਪੀਸੀ ਕਿਤਾਬਾਂ ਵੀ ਛਾਪਦੀਆਂ, ਸਭ ਛਾਪਦੀਆਂ, ਇਹ 13 ਸਾਲ ਇੱਥੇ ਪ੍ਰੈਜ਼ੈਂਟ ਨੇ। ਉਹ ਡਾਕੂਮੈਂਟ ਨਾਮ ਹੈ ਦਬਿਸਤਾਨ ਮਾਜ਼ੀ ਜ਼ੁਲਫਕਾਰ ਅਰਦਸਤਾਨੀ ਦਾ ਉਹ ਡਾਕੂਮੈਂਟ, ਜਦੋਂ ਇੱਕ ਲਾਈਨ ਲਿਖ ਕੇ 13 ਸਾਲ ਦੀ ਹਿਸਟਰੀ ਖਤਮ ਕਰਤੇ ਨੇ। ਹੁਣ ਥੋੜਾ ਐਨਾਲਿਸਿਸ ਕਰਨਾ ਸ਼ੁਰੂ ਕੀਤਾ, 13 ਸਾਲ ਕੋਈ ਛੋਟਾ ਪੀਰੀਅਡ ਨਹੀਂ, ਠੀਕ ਹੈ। 2200 ਘੁੜਸਵਾਰ ਵੀ ਕੋਈ ਛੋਟੀ ਫਿਗਰ ਨਹੀਂ, ਹਥਿਆਰਬੰਦ ਫੌਜ ਹੈ ਜੀ। ਅੱਜ ਜੇ ਯਮੁਨਾਨਗਰ ਦੀ ਡਿਸਟ੍ਰਿਕਟ ਪੁਲਿਸ ਫੋਰਸ ਦੇਖੋ ਤਾਂ ਤੁਸੀਂ 700 ਕੁ ਬੰਦੇ ਨੇ, 700 ਅੰਬਾਲੇ 'ਚ ਹੋਣਗੇ, 700 ਨਾਨ 'ਚ, 3 ਜ਼ਿਲ੍ਹਿਆਂ ਦੇ ਬਰਾਬਰ ਫੋਰਸ ਰੁਕ ਰਹੀ ਹੈ ਸਾਹਿਬ ਜੀ। ਕਿੱਥੇ ਰੁਕ ਰਹੀ ਹੈ? ਉੱਥੇ ਬਰਸਾਤਾਂ ਪੈਣੀਆਂ, ਉੱਥੇ ਠੰਡ ਵੀ ਪੈਣੀ, ਉੱਥੇ ਉਹ ਕੀ ਕਿਲਾਬੰਦੀ ਸੀਗੀ, ਔਰ ਉੱਥੇ ਬੈਠੇ ਕਿਉਂ ਨਹੀਂ 13 ਸਾਲ। ਫਿਰ ਉੱਥੋਂ ਨੈਰੇਟਿਵ ਸੈੱਟ ਹੋਇਆ ਵੀ ਖਾਲਸਾ ਰਾਜ ਦੀ ਤਿਆਰੀ ਹੁਣ ਗੁਰੂ ਸਾਹਿਬਾਂ ਦੇ ਪੀਰੀਅਡ ਤੋਂ ਬਿਲਕੁਲ ਹੋ ਚੁੱਕੀ ਸੀ, ਨਹੀਂ ਸ਼ੁਰੂ ਸੀਗੀ, ਕਰ ਰਹੇ ਸੀ ਕੰਟੀਨਿਊਸਲੀ ਤਿਆਰੀ, ਔਰ ਤਿਆਰੀ ਕਰਦੇ ਕਰਦੇ ਮਤਲਬ ਬੜੀ ਸਪੀਡ ਨਾਲ ਕੰਮ ਹੋ ਰਿਹਾ ਸੀ। ਔਰੰਗਜ਼ੇਬ ਪਿੱਛੇ ਸੀਗਾ ਜੀ। ਔਰੰਗਜ਼ੇਬ ਅਲਟੀਮੇਟਲੀ ਔਰੰਗਜ਼ੇਬ ਦਾ ਟਾਈਮ 1658 ਦਾ ਆਉਂਦਾ ਹੈ ਜੀ, ਤੇ ਉਸੇ ਟਾਈਮ ਹੀ 7ਵੇਂ ਪਾਤਸ਼ਾਹ ਦਾਰਾ ਸ਼ਿਕੋ ਦੀ ਮਦਦ 'ਚ
ਲੋਗੜ ਦੀ ਪਹਾੜੀਆਂ ਚੋਂ ਨਿਕਲ ਕੇ ਆਉਂਦੇ ਨੇ ਕਿ ਉਹ ਚਾਹੁੰਦੇ ਸੀ ਵੀ ਦਾਰਾ ਸ਼ਿਕੋ ਕਿਸ ਤਰੀਕੇ ਨਾਲ ਇਸ ਹਿੰਦੁਸਤਾਨ ਦਾ ਬਾਦਸ਼ਾਹ ਬਣ ਜਾਏ ਤਾਂ ਕਿ ਮਤਲਬ ਅਮਨ ਸ਼ਾਂਤੀ ਔਰ ਅਟਰੋਸਿਟੀਜ਼ ਜੋ ਕਿ ਆਪਣੀ ਆਮ ਆਵਾਮ ਤੇ ਕੀਤੀ ਜਾ ਰਹੀ ਸੀ ਮੁਗਲਾਂ ਨੂੰ ਰੋਕੀਆਂ ਜਾ ਸਕਣ ਜੀ। ਹੁਣ ਗ੍ਰੈਜੂਅਲੀ ਮੈਂ ਇੱਕ ਹੋਰ ਤੁਹਾਨੂੰ ਵੀ ਰਿਪੀਟ ਕਰਦਾ 1645 ਤੋਂ ਲੈ ਕੇ 1658 ਠੀਕ ਹੈ ਸਹਿ ਪਰਿਵਾਰ ਉਹ ਆਪਣੇ 7ਵੇਂ ਪਾਤਸ਼ਾਹ ਬੈਠੇ ਲੋਗੜ ਦੀ ਪਹਾੜੀਆਂ 'ਚ 1652 ਦਾ ਸਮਾਂ ਵਿੱਚ ਆਉਣਾ ਜੀ। 8ਵੇਂ ਪਾਤਸ਼ਾਹੀ ਦਾ ਪ੍ਰਕਾਸ਼ ਹੈ ਜੀ। ਉਹ ਵੀ ਜਗ੍ਹਾ ਲੱਭੀ ਜਿੱਥੇ 8ਵੀਂ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ। ਇੱਥੋਂ ਰੌਲਾ ਸ਼ੁਰੂ ਹੋ ਗਿਆ ਜੀ। ਮਾਫ ਕਰਨਾ ਚੀਜ਼ਾਂ ਲੱਭਣ ਨਹੀਂ ਗਏ, ਪਈਆਂ ਨੇ ਸਾਹਮਣੇ, ਸਾਨੂੰ ਕੁਝ ਹੋਰ ਚੀਜ਼ਾਂ ਦੱਸਤੀਆਂ ਇਹਨਾਂ ਨੇ। ਸਾਡੇ ਤੇ ਇਤਿਹਾਸਕਾਰ ਇਹ ਵੀ ਨਹੀਂ ਦੱਸਦੇ ਕਿ 49 ਸਾਲ ਦੀ ਉਮਰ 'ਚ 6ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਕਾਰਨ ਨਹੀਂ ਪਤਾ। ਔਰ 7ਵੇਂ ਪਾਤਸ਼ਾਹ 32 ਸਾਲ ਦੀ ਉਮਰ ਜੋਤੀ ਜੋਤ ਸਮਾਉਂਦੇ ਨੇ, ਕਾਰਨ ਨਹੀਂ ਪਤਾ। ਹਿਸਟਰੀ ਸਾਇਲੈਂਟ ਹੈ। ਹੁਣ ਇਸ ਤਰੀਕੇ ਦੇ ਕੁਐਸਚਨਸ ਐਜ਼ ਮਤਲਬ ਜਿੱਦਾਂ ਜਿਹਨੂੰ ਕਹਿੰਦੇ ਨੇ ਆਪਣਾ ਅਫਸਰੀ ਦਿਮਾਗ ਲਾਣਾ ਸ਼ੁਰੂ ਕੀਤਾ ਕਿ ਹੁਣ ਮਤਲਬ ਉੱਚ ਰਿਸਰਚ ਨਹੀਂ ਕੀਤੀ, ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿ ਮੈਂ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈ, ਇਹ ਤਾਂ ਸਾਨੂੰ ਝੂਠ ਬੋਲ ਰਹੇ ਨੇ, ਮਾਮਲਾ ਕੁਝ ਹੋਰ ਹੈ। ਹੁਣ ਉਹ ਗ੍ਰੈਜੂਅਲੀ ਜਦੋਂ ਦੇਖਣਾ ਸ਼ੁਰੂ ਕੀਤਾ ਤੇ ਬਹੁਤ ਸਾਰੀਆਂ ਗੱਲਾਂ ਉੱਥੇ ਮਿਲਣੀਆਂ ਸ਼ੁਰੂ ਹੋਈਆਂ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੋ ਅਸੀਂ 26 ਸਾਲ 9 ਮਹੀਨੇ 13 ਦਿਨ ਭੌਰੇ 'ਚ ਦਿਖਾ ਰਹੇ ਹਾਂ, ਉਸ ਟਾਈਮ ਦੇ ਲੱਗੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੇ ਖੂਬ ਮੌਜੂਦ ਨੇ ਉੱਥੇ, ਜਿਹ 'ਚ ਉਹਨਾਂ ਨਾਮ ਦੀਆਂ ਪਲੇਟਾਂ ਲੱਗੀਆਂ ਹੋਈਆਂ ਫਾਰਸੀ ਵਿੱਚ, ਠੀਕ ਹੈ ਜੀ। ਔਰ ਗੁਰੂ ਕਾਲ ਤੋਂ ਬਾਅਦ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ 13 ਗੁਰਦੁਆਰੇ ਸਾਹਿਬ ਉਹਨਾਂ ਦੇ ਵਿਜ਼ਿਟ ਨੂੰ ਮਾਰ ਕਰਦੇ ਨੇ, ਇਕੱਲੇ ਲੋਗੜ ਦੇ ਕੋਲ 13। ਫਿਰ ਆਹ ਗੱਲਾਂ ਸਮਝਣੀਆਂ ਪੈਣਗੀਆਂ ਕਿ ਬਾਰ-ਬਾਰ 9ਵੇਂ ਪਾਤਸ਼ਾਹ ਵੀ ਇੱਥੇ ਕਿਉਂ ਆ ਰਹੇ ਨੇ। 9ਵੇਂ ਪਾਤਸ਼ਾਹ ਨੇ ਤਰਨਤਾਰਨ ਸਾਹਿਬ ਜੋ ਹੈੱਡਕੁਆਟਰ ਸ਼ਿਫਟ ਕੀਤਾ ਤਾਂ ਉਹ ਬੇਸਿਕਲੀ ਇਸ ਇਲਾਕੇ 'ਚ ਖਾਲਸਾ ਰਾਜ ਦੀ ਤਿਆਰੀ ਸੀਗੀ। ਬਾਰ-ਬਾਰ 9ਵੇਂ ਪਾਤਸ਼ਾਹ ਇੱਥੇ ਆ ਰਹੇ ਸੀਗੇ। ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ, ਜਿਹੜੇ 52 ਕਿਲਿਆਂ ਦੀ ਪਸਾਰੀ ਜਿਹੜੀ ਮੈਂ ਦੱਸ ਰਿਹਾ, ਇਹਨਾਂ 52 ਕਿਲਿਆਂ ਦੇ ਬਿਲਕੁਲ ਏਰੀਆ ਦੇ ਵਿੱਚ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਹੁਰਾ ਪਿੰਡ ਹੈ ਲਖਨੌਰ ਸਾਹਿਬ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਨਕਾ ਪਿੰਡ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ 3-4 ਸਾਲ ਲਖਨੌਰ ਸਾਹਿਬ ਰਹੇ ਵੀ। ਉਹ ਫਿਰ ਇੱਕ ਹੋਲਿਸਟਿਕਲੀ ਇਹ ਪਿਕਚਰ ਆਉਣ ਲੱਗ ਗਈ ਸਾਹਮਣੇ ਕਿ ਇਹ ਤਾਂ ਬਹੁਤ ਵੱਡੀ ਗੱਲ ਹੈ ਜਿਹੜੀ ਮਤਲਬ ਇੱਕਦਮ ਸਾਫ਼ ਕਰ ਦਿੱਤੀ ਗਈ। ਔਰ ਫਿਰ ਇੱਕ ਦਿਨ ਮੈਂ ਪਹਾੜੀ ਤੋਂ ਚੜ੍ਹਿਆ, ਨੀਚੇ ਉਤਰਿਆ ਹੋਇਆ, ਉਹੀ ਮੁਸਲਮਾਨਾਂ ਦੇ ਕੰਟਰੋਲ 'ਚ ਖੂਹ ਸੀਗਾ। ਮੈਂ ਪੁੱਛਿਆ ਖੂਹ ਕਿਹਦਾ, ਕਹਿੰਦਾ ਲੱਖੀ ਸ਼ਾਹ ਵੰਜਾਰੇ ਦਾ। ਅੱਛਾ। ਹੁਣ ਮੈਂ ਸੋਚਿਆ ਵੀ ਲੱਖੀ ਸ਼ਾਹ ਵੰਜਾਰਾ ਹੁਣ ਕੌਣ ਨੇ ਔਰ ਉਹ ਇੱਥੇ ਬੇਸਿਕਲੀ ਕੀ ਕਰ ਰਹੇ ਨੇ। ਸਾਨੂੰ ਤਾਂ ਇੰਨਾ ਇਤਿਹਾਸ ਦੱਸਿਆ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਲੈ ਕੇ ਗਰੀਬ ਗੁਰੂ ਦਾ ਸਿੱਖ ਸੀਗਾ ਤੇ ਆਪਣੀ ਝੌਂਪੜੀ ਨੂੰ 1675 ਚੱਕ ਲਾ ਲਈ। ਫਿਰ ਮੈਨੂੰ ਲੱਗਿਆ ਵੀ ਨਹੀਂ, ਸਾਨੂੰ ਭਾਈ ਲੱਖੀ ਸ਼ਾਹ ਵੰਜਾਰੇ ਹੋਣਾ ਦੇ ਉੱਪਰ ਸਾਨੂੰ ਬੈਠ ਕੇ ਹੋਰ ਵੀ ਮਤਲਬ ਸਟੱਡੀ ਕਰਨੀ ਪਏਗੀ। ਅਸੀਂ ਭਾਈ ਲੱਖੀ ਸ਼ਾਹ ਵੰਜਾਰੇ ਉੱਪਰ ਸਟੱਡੀ ਕੀਤੀ। 1580 'ਚ ਉਹਨਾਂ ਦਾ ਜਨਮ ਹੈ, 1680 'ਚ ਉਹਨਾਂ ਕਾਲ ਚਲਾਣਾ ਹੁੰਦਾ। ਜਿਸ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਧੜ ਚੱਕਦੇ, ਉਹਨਾਂ ਦੀ ਉਮਰ 95 ਸਾਲ, 95 ਈਅਰਸ। ਔਰੰਗਜ਼ੇਬ ਦੇ ਆਰਡਰ ਦੇ ਖਿਲਾਫ ਉਹ ਚੱਕਦੇ ਨੇ। ਹੁਣ ਏਜ ਨੂੰ ਜਦੋਂ ਅੰਡਰਸਟੈਂਡ ਕਰਨਾ ਸ਼ੁਰੂ ਕੀਤਾ, ਫਿਰ ਉਹਨਾਂ ਦੇ ਪੁੱਤਰ ਭਾਈ ਨਗਈਆ ਸਿੰਘ, ਭਾਈ ਜਵਾਹਰ ਸਿੰਘ, ਨਾਇਕ ਧੂਮਾ, ਇਹ ਸਾਰੇ ਲੋਕ ਨਾਲ ਨੇ। ਫਿਰ ਅੰਡਰਸਟੈਂਡ ਕੀਤਾ ਕਿ ਇਹ ਤਾਂ ਜਿਹੜਾ ਅਲਟੀਮੇਟਲੀ ਕੰਮ ਹੈ, ਇਹ ਤਾਂ ਮਤਲਬ ਇਹ ਤਾਂ ਸ਼ੂਰਵੀਰ ਯੋਧਿਆਂ ਦਾ ਕੰਮ ਸੀਗਾ। ਕੋਈ ਆਮ 95 ਸਾਲ ਦੇ ਬੰਦੇ ਕੋਲ ਤਾਂ ਸਿੱਧਾ ਖਲੋਇਆ ਨਹੀਂ ਜਾਂਦਾ। ਅਗਲਾ ਧੜ ਚੱਕ ਕੇ ਸੰਸਕਾਰ ਕਰ ਗਿਆ ਔਰ ਉਹ ਕਿੱਡਾ ਵੱਡਾ ਯੋਧਾ ਰਹੇਗਾ। ਔਰ ਲੱਖੀ ਸ਼ਾਹ ਵੰਜਾਰੇ ਦੇ ਲੋਗੜ ਖਾਲਸਾ ਰਾਜਧਾਨੀ ਦੇ ਇਲਾਕੇ 'ਚ 55 ਖੂਹ ਮਿਲੇ। ਮੈਂ ਪਟਵਾਰੀ ਬੁਲਾਏ, ਰਿਕਾਰਡ ਚੈੱਕ ਕੀਤਾ, ਅੱਜ ਵੀ ਉਹਦੀ ਮਲਕੀਅਤ ਲੱਖੀ ਸ਼ਾਹ ਵੰਜਾਰੇ ਨਾਮ ਹੈ। ਗਜ਼ਟੀਅਰ ਚੈੱਕ ਕੀਤਾ, ਖੂਹ ਨੂੰ ਲਾਉਣ ਦੀ ਕੀਮਤ 500 ਰੁਪਇਆ, ਏਕੜ ਦੀ ਕੀਮਤ 1 ਰੁਪਇਆ, ਠੀਕ ਹੈ ਜੀ। ਔਰ ਤੁਸੀਂ ਹਿਸਾਬ ਲਾਣਾ ਕਿ ਉਹ ਕਿੱਡਾ ਅਮੀਰ ਆਦਮੀ ਸੀਗਾ। ਔਰ ਅੱਜ ਵੀ ਸਰਾਏ ਵੰਜਾਰਾ ਫਤਿਹਗੜ੍ਹ ਸਾਹਿਬ ਤੋਂ ਪਹਿਲੇ ਉਹਨਾਂ ਦਾ ਮਹਿਲ ਕਿਲਾ ਖੜਿਆ। ਸਾਗਰ ਡਿਸਟ੍ਰਿਕਟ 'ਚ ਉਹਨਾਂ ਦੇ ਨਾਂ, ਉਹਨਾਂ ਨੇ ਝੀਲ 400 ਕਿੱਲੇ ਦੀ ਤਿਆਰ ਕੀਤੀ, ਉਹਦਾ ਨਾਮ ਹੀ ਝੀਲ ਦਾ ਲੱਖੀ ਸ਼ਾਹ ਵੰਜਾਰਾ ਝੀਲ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਬਿਹਾਰ ਦੇ ਵਿੱਚ ਪੂਰਾ ਜ਼ਿਲ੍ਹਾ ਲੱਖੀ ਸਰਾਏ ਉਹਨਾਂ ਦੇ ਨਾਮ ਖੜਿਆ। ਅਸੀਂ ਆਗਰਾ ਤੋਂ ਲੈ ਕੇ ਗੁਜਰਾਤ ਤੱਕ ਜਾਈਏ ਤੇ ਉੱਥੇ ਜਿਹੜੀਆਂ ਰਾਜਸ਼ਾਹੀ ਛਤਰੀਆਂ ਲੱਗੀਆਂ ਨੇ ਉਹ ਲੱਖੀ ਸ਼ਾਹ ਵੰਜਾਰੇ ਦੀਆਂ ਹਰ 10 ਕਿਲੋਮੀਟਰ ਵੱਲ ਲੱਗੀਆਂ ਨੇ। ਬੌੜੀਆਂ ਲੱਗੀਆਂ ਨੇ, ਬੌੜੀ ਨੂੰ ਲਾਉਣ ਦੀ ਕੀਮਤ 5000 ਰੁਪਇਆ ਸੀਗਾ, ਜੋ ਕਿ ਉਹਨਾਂ ਦੀ ਮਤਲਬ ਸੈਂਕੜੇ ਤਾਦਾਦ 'ਚ ਉਹਨਾਂ ਦੀਆਂ ਬੌੜੀਆਂ ਜੋ ਕਿ ਭਾਈ ਲੱਖੀ ਸ਼ਾਹ ਵੰਜਾਰੇ ਨਾਲ ਕਨੈਕਟਡ ਹੈ। ਹਾਂਸੀ ਦਾ ਕਿਲਾ ਜੋ ਕਿ ਹਿਸਾਰ ਹਰਿਆਣੇ ਦੇ ਵਿੱਚ ਹੈ, ਸਰਕਾਰੀ ਗਜ਼ਟੀਅਰ 'ਚ ਉਹਦਾ ਮਾਲਕ ਲੱਖੀ ਸ਼ਾਹ ਵੰਜਾਰਾ। ਹੁਣ ਮੈਨੂੰ ਲੱਗਿਆ ਯਾਰ ਇਹ ਤਾਂ ਅਮੀਰਾਂ ਦੇ ਅਮੀਰ ਸੀਗੇ। ਹੁਣ ਉਹ ਭਾਈ ਲੱਖੀ ਸ਼ਾਹ ਵੰਜਾਰੇ ਸਿੱਖੀ ਨਾਲ ਕੀ ਕਨੈਕਸ਼ਨ ਹੈ? ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਨੇ ਤੇ ਭਾਈ ਮੱਖਣ ਸ਼ਾਹ ਲਵਾਣੇ ਦੇ ਸਾਂਢੂ ਨੇ।
ਕੀ ਬਾਤ ਹੈ ਜੀ। ਹੁਣ ਉਹ ਗੱਲ ਸਮਝ ਆ ਗਈ ਕਿ ਇਹ ਤਾਂ ਮਾਮਲਾ ਜੀ ਮਤਲਬ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦਾ ਇਸ ਇਲਾਕੇ 'ਚ ਹੋਣਾ, ਨਾਨ ਦੇ ਇਲਾਕੇ 'ਚ ਇਹਨਾਂ ਦੀ ਕਨੈਕਟੀਵਿਟੀ ਆਪਸ 'ਚ ਸਟੈਬਲਿਸ਼ ਹੋਣ ਲੱਗੀ ਇਹਨਾਂ ਵਣਜਾਰਿਆਂ ਦੀ। ਫਿਰ ਜਦੋਂ ਅੰਬਾਲੇ ਦਾ ਗਜ਼ਟੀਅਰ ਪੜ੍ਹਿਆ ਤੇ ਉੱਚ ਲਿਖਿਆ ਕਿ ਜੀ ਜਿਹੜਾ ਲੱਖੀ ਸ਼ਾਹ ਵਣਜਾਰਾ ਸੀਗਾ ਉਹਨੂੰ ਅੰਗਰੇਜ਼ਾਂ ਨੇ ਲਿਖਿਆ ਕੁਤਬੁਦੀਨ, ਵੀ ਉਹ ਤੋਂ ਵੱਡਾ ਕੋਈ ਮੁਸਲਮਾਨ ਨਹੀਂ ਹੋਇਆ, ਮੁਸਲਮਾਨ ਲਿਖਿਆ ਜੀ, ਠੀਕ ਹੈ। ਫਿਰ ਅਸੀਂ ਕਿਉਂ ਔਰ ਉਹਦੇ ਨਾਮ ਦੀਆਂ ਮਜ਼ਾਰਾਂ ਤਿਆਰ ਕਰਤੀਆਂ ਲੋਹਗੜ ਦੇ ਕੋਲ। ਮੈਂ ਸੋਚਿਆ ਵੀ ਅਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲਿਆ ਤੇ ਗ੍ਰੈਜੂਅਲੀ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਇਸ ਤਰੀਕੇ ਨਾਲ ਸਾਡੀ ਹਿਸਟਰੀ ਡਿਸਰਵ ਕੀਤੀ ਗਈ। ਫਿਰ ਮਤਲਬ ਜਦੋਂ ਅਖਬਾਰੇ ਦਰਬਾਰੇ ਮੁੱਲਿਆ ਪੜ੍ਹਿਆ ਤੇ ਉਹ ਕਹਿੰਦੇ ਵੀ ਜੋ ਸਾਰਾ ਰੋਲ ਹੈ ਇਸ ਪੂਰੇ ਬੈਟਲਸ ਦਾ ਉਹ ਵਣਜਾਰੇ ਤੇ ਉਹਨਾਂ ਦੇ ਟਾਂਡਿਆਂ ਦਾ ਹੀ ਸਾਰਾ ਝਗੜਾ ਪਾਇਆ ਹੋਇਆ। ਜੇ ਇਹਨਾਂ ਨੂੰ ਨਹੀਂ ਰੋਕਿਆ ਗਿਆ ਜੀ ਤੇ ਨਾ ਕੇਵਲ ਮਤਲਬ ਮੁਗਲ ਰਾਜ ਖਤਮ ਹੋ ਜਾਏਗਾ ਬਲਕਿ ਇਸਲਾਮ ਨੂੰ ਵੀ ਖਤਰਾ ਹੈ। ਇਹ ਅਖਬਾਰੇ ਦਰਬਾਰੇ ਮੌਲਾ ਤੇ ਪਰਸ਼ੀਅਨ ਸੋਰਸਿਸ ਗੱਲ ਕਹਿ ਰਹੇ ਨੇ। ਮੈਂ ਵਣਜਾਰਾ ਟਾਂਡਾ ਇਹ ਤਾਂ ਅੱਜ ਸਿੱਖੀ ਦੇ ਹਿੱਸਾ ਹੀ ਹੈ ਨਹੀਂ ਜੀ, ਹੈ ਇਹਨਾਂ ਦਾ ਕੀ ਮਤਲਬ ਰੋਲ ਹੈ। ਫਿਰ ਅਸੀਂ ਇੱਕ ਜਦੋਂ ਹਿਸਟਰੀ ਪੜ੍ਹੀ ਜਾਂਦੀ ਹੈ ਨਾ ਸਾਹਿਬ, ਉਹਦੇ ਵਿੱਚ ਬੇਸਿਕਲੀ ਸਾਡੇ ਜਿਹੜੇ ਹਿਸਟੋਰੀਅਨਸ ਨੇ ਉਹ ਤਾਂ ਕਾਪੀ ਪੇਸਟ ਦਾ ਕੰਮ ਕਰਦੇ ਆ। ਇੱਕ ਨੇ ਨਕਲ ਮਾਰੀ ਦੂਜੇ ਨੇ ਮਾਰੀ, ਉਹ ਤਾਂ ਪਿਓਰ ਕਾਪੀ ਪੇਸਟ ਕੰਮ ਹੈ। ਲੇਕਿਨ ਹਿਸਟਰੀ ਦੇ ਜੋ ਸੋਰਸਿਸ ਆ ਉਹ ਆਰਕਾਈਵਸ ਹੈ। ਦੈਨ ਦੇਰ ਇਜ਼ ਸੈਕੰਡਰੀ ਸੋਰਸਿਸ ਵੀ ਅਗਲੇ ਬੰਦੇ ਨੇ ਉਹਨੂੰ ਕੀ ਐਨਾਲਿਸਿਸ ਕੀਤਾ। ਥਰਡ ਔਰ ਜੋ ਪ੍ਰਾਇਮਰੀ ਸੋਰਸ ਹੈ ਉਹ ਆਰਕੀਓਲੋਜੀ ਹੈ, ਜੋ ਕਿਸੇ ਨੂੰ ਨਹੀਂ ਪਤਾ ਕਿ ਕਹਾਣੀ ਆਰਕੀਓਲੋਜੀ ਦੀ ਕੀ ਹੈ। ਔਰ ਫਿਰ ਮੈਂ ਇਹਦੇ ਵਿੱਚ 2 ਕੰਪੋਨੈਂਟ ਹੋਰ ਐਡ ਕੀਤੇ। ਵਨ ਵਾਜ਼ ਰੈਵਨਿਊ ਰਿਕਾਰਡਸ, ਰੈਵਨਿਊ ਰਿਕਾਰਡ 'ਚ ਐਂਟਰੀ ਮਿਲ ਗਿਆ। ਤੇ ਥਰਡ ਇਹਦੇ ਵਿੱਚ 5ਵਾਂ ਕੰਪੋਨੈਂਟ ਐਡ ਕੀਤਾ, ਉਹ ਸੀਗਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲਿੱਤਾ ਜੀ। ਦੇਖੋ ਸਾਹਿਬ ਵਣਜਾਰਿਆਂ ਦਾ 78 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੀ। ਹੁਣ ਸਮਝਣਾ ਪਏਗਾ ਵੀ 78 ਸ਼ਲੋਕ ਕਿਉਂ ਨੇ, ਔਰ ਟਾਂਡਿਆਂ ਦਾ ਵੀ ਵਾਰ-ਵਾਰ ਜ਼ਿਕਰ ਹੈ। ਕਹੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਓ ਜਾਏ ਰੇ, ਹੋ ਵਣਜਾਰੋ ਰਾਮ ਕੋ ਸਹਿਜ ਕਰ ਵਪਾਰ। ਇਹ ਭਗਤ ਰਵਿਦਾਸ ਜੀ ਮਹਾਰਾਜ ਸ਼ਲੋਕ ਹੈ ਜੀ। ਕਬੀਰ ਸਾਹਿਬ ਕਹਿੰਦੇ ਨਾਇਕ ਏਕ ਵਣਜਾਰੇ ਪੰਜ, ਚਲੋ ਵਣਜਾਰੋ ਹੱਥ ਝਾੜ ਪੂੰਜੀ ਹਰਨੀ ਬਣਜ ਟੂਟ ਦੈ ਦਿਸ ਟਾਂਡੋ ਗਿਓ ਫੁੱਟ। ਹੁਣ ਇੱਥੇ ਟਾਂਡਿਆਂ ਦਾ ਫਿਰ ਜ਼ਿਕਰ ਆ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਮਿੱਤਰ ਕਹਿ ਕੇ ਸਿਰਫ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਸਿਰਫ ਵਣਜਾਰੇ ਨੂੰ ਕਹਿ ਕੇ ਸੰਬੋਧਨ ਕੀਤਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਕਰਵਾਸ। ਫਿਰ ਸਖੀ ਉਹ ਸਹੇਲੜੀਓ ਮੇਰਾ ਪਿਰ ਵਣਜਾਰਾ ਰਾਮ, ਵਣਜਾਰੇ ਸਿੱਖ ਆਉਣ ਦੇ ਸ਼ਬਦ ਲਗਾਵਣ ਹਾਰ, ਵੰਜ ਕਰੋ ਵਣਜਾਰਿਓ ਵਖਰ ਲਿਓ ਸਮਾਲ, ਤੈਸੀ ਵਸਤ ਵਸਾਈਏ ਜੈਸੀ ਨਿੱਬੇ ਨਾਲ। ਪਹਿਲੀ ਪਾਤਸ਼ਾਹੀ, ਦੂਸਰੀ ਪਾਤਸ਼ਾਹੀ, ਤੀਸਰੀ ਪਾਤਸ਼ਾਹੀ ਤੇ ਚੌਥੀ ਪਾਤਸ਼ਾਹੀ ਤੇ ਜਿੰਨੀ ਬਾਣੀ ਲਿਖਦੀ ਉਹ ਸਰਲੇਖ ਹੀ ਵਣਜਾਰਾ ਬਾਣੀ ਹੈ। ਤੇ ਗੱਲ ਕੀ ਕਿ ਬਾਬਾ ਨਾਨਕ ਤੋਂ 20 ਸਦੀ ਪਹਿਲਾਂ ਇਹ ਸਾਰਾ ਕੁਝ ਜਿਹੜਾ ਸ਼ੁਰੂ ਹੋ ਚੁੱਕਾ ਸੀਗਾ। ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤਾਂ ਪੂਰੇ ਇਹ ਵਣਜਾਰੇ ਇਕੱਠੇ ਹੋ ਗਏ ਜੀ। ਗੁਰੂ ਨਾਨਕ ਕਿਉਂਕਿ ਇਹ ਸਿੱਖੀ 'ਚ ਆ ਕੇ ਐਂਟਰ ਕਰ ਗਏ ਜੀ। ਇਹ ਐਂਟਰ ਕਰਕੇ ਤੇ ਸਾਰੀ ਜਿਹੜੀ ਮਾਇਆ ਸੀਗੀ, ਇਕਨੋਮਿਕਸ ਸੀਗੀ, ਕੰਟਰੋਲ, ਇਹ ਟ੍ਰੇਡਰ ਸੀਗੇ ਸਾਰੇ ਇਹਨਾਂ ਕੋਲ ਸੀਗੇ। ਕਿਉਂਕਿ ਬੇਸਿਕਲੀ ਤਾਂ ਜਿਹੜਾ ਸਾਡਾ ਪੰਜਾਬ ਦਾ ਬਾਕੀ ਦੇ ਕੀਤੇ ਸੀਗੇ ਉਹ ਜ਼ਿਮੀਂਦਾਰ ਲੋਕ ਸੀਗੇ। ਔਰ ਜਿਹੜੇ ਮੁਗਲਾਂ ਨੇ ਉਹਨਾਂ ਤੋਂ ਇੰਨੇ ਟੈਕਸ ਲੈ ਰਹੇ ਸੀਗੇ ਵੀ ਉਹਨਾਂ ਦੀ ਕਮਾਈ ਸਿੱਧੀ ਨਹੀਂ ਹੋ ਰਹੀ ਸੀਗੀ। ਉਹਨਾਂ ਦੀ ਇਕਨੋਮਿਕ ਕੰਡੀਸ਼ਨ ਬੜੀ ਪੂਅਰ ਹੋਈ ਸੀਗੀ। ਆਫਟਰ ਆਲ ਇੰਡੀ ਫੋਰਟੀਫਿਕੇਸ਼ਨ ਕਰਨ ਵਾਸਤੇ ਕੋਈ ਤਨਾਟ ਸੇਠ ਦੀ ਰਿਕੁਆਇਰਮੈਂਟ ਸੀ, ਉਹ ਸਾਰੇ ਵਣਜਾਰੇ ਸੀਗੇ। ਤੇ ਇਹਨਾਂ ਵਣਜਾਰਿਆਂ ਨੇ ਬੜੇ ਵੱਡੇ ਪੱਧਰ ਤੇ ਖਾਲਸਾ ਰਾਜ ਦੀ ਸਥਾਪਨਾ 'ਚ ਰੋਲ ਪਲੇ ਕੀਤਾ ਜੀ। ਔਰ ਫਿਰ ਆ ਜਾਓ ਜੀ ਟਾਈਮ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਗਾਣੀ ਦਾ ਯੁੱਧ ਤੁਹਾਨੂੰ ਪਤਾ ਹੀ ਹੈ ਔਰ ਪੀਰ ਬੁੱਧੂ ਸ਼ਾਹ ਦਾ ਰੋਲ ਪਤਾ ਹੀ ਹੈ ਕਿ ਮਤਲਬ 2 ਪੁੱਤਰਾਂ ਦੀ ਸ਼ਹੀਦੀ ਹੋਈ ਔਰ ਪਿਤਾ ਦੀ ਸ਼ਹੀਦੀ ਹੋਈ ਔਰ 2 ਪੀਰ ਭੀਖਣ ਸ਼ਾਹ ਹੋਏ ਆ। ਇੱਕ ਇਹਨਾਂ ਦੇ ਰੀਅਲ ਬ੍ਰਦਰ, ਦੂਜੇ ਇਹਨਾਂ ਦੇ ਕਜ਼ਨ ਸੀਗੇ ਜਿਹੜੇ ਕੁੱਜੇ ਲੈ ਕੇ ਪਟਨਾ ਸਾਹਿਬ ਪਹੁੰਚੇ ਸੀਗੇ। ਔਰ ਫਿਰ ਮੈਨੂੰ ਲੱਗਿਆ ਨਹੀਂ ਸਾਨੂੰ ਪੀਰ ਬੁੱਧੂ ਸ਼ਾਹ ਪੜ੍ਹਨਾ ਪਏਗਾ ਜੀ। ਏਦਾਂ ਨਹੀਂ ਕੰਮ ਨਿਬੜਨਾ ਕਿ ਜੇ ਕਹੋ ਜੀ ਏਦਾਂ ਹੀ ਕੰਮ ਨਿਬੜ ਗਿਆ। ਫਿਰ ਅਸੀਂ ਪੀਰ ਬੁੱਧੂ ਸ਼ਾਹ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਗ੍ਰੈਜੂਅਲੀ ਪੀਰ ਬੁੱਧੂ ਸ਼ਾਹ ਨੂੰ ਪੜ੍ਹਦੇ ਪੜ੍ਹਦੇ ਇਹ ਪਤਾ ਲੱਗਿਆ ਕਿ ਇਹ ਤੱਕ ਇਹਨਾਂ ਦੇ ਵੱਡੇ ਵਡੇਰੇ ਤਾਂ ਕਾਬੇ ਦੇ ਪੀਰ ਸੀਗੇ, ਜਿਹਨਾਂ ਨੂੰ ਮਸਾਇਕ ਪੀਰ ਕਿਹਾ ਜਾਂਦਾ। ਉਹਦਾ ਨਾਮ ਸੀਗਾ ਸ਼ਾਹ ਅਬਦੁਲ ਵਾਹਿਬ। ਗੁਰੂ ਨਾਨਕ ਪਾਤਸ਼ਾਹ ਦੀ 1515 'ਚ ਵਿਜ਼ਿਟ ਹੈਗੀ ਹੈ ਕਾਬਾ ਔਰ ਕਾਬੇ 5.5 ਮਹੀਨੇ ਗੁਰੂ ਨਾਨਕ ਪਾਤਸ਼ਾਹ ਰਹੇ। ਕਾਬੇ ਦਾ ਹੈਡ ਕਾਜ਼ੀ ਰੁਕਮੁਦੀਨ ਸਿੱਖ ਬਣ ਗਿਆ ਔਰ ਇਹ ਜਿਹੜੇ ਪੀਰ ਸੀਗੇ ਇਹ ਪੀਰ ਗੁਰੂ ਨਾਨਕ ਸਾਹਿਬ ਦੇ ਮੁਰੀਦ ਬਣ ਕੇ ਫਿਰ ਇਹ ਸਾਰੇ ਗੁਰੂ ਨਾਨਕ ਸਾਹਿਬ ਗਏ ਤਾਂ ਗੁਜਰਾਤ ਤੋਂ ਬੇੜੇ ਦੇ ਕਾਠੀਵਾੜ ਤੋਂ ਬੇੜੇ 'ਚ ਬੈਠ ਕੇ ਗਏ ਨੇ ਵਣਜਾਰਿਆਂ ਦੇ। ਔਰ ਜਦੋਂ ਉਹ ਆਪਣੇ ਪਰਸ਼ੀਅਨ ਗਲਫ ਤੋਂ ਬਾਅਦ ਆਪਣਾ ਰੈੱਡ ਸੀ 'ਚ ਐਂਟਰ ਕਰਦੇ ਨੇ, ਰੈੱਡ ਸੀ ਤੋਂ ਬਾਅਦ ਪਹਿਲੇ ਇਜਿਪਟ ਜਾਂਦੇ ਨੇ। ਪੀਰ ਜਲਾਲੂਦੀਨ ਜੋ ਕਿ ਮੁਹੰਮਦ ਜੋ ਕਿ ਉਸ ਟਾਈਮ ਦਾ ਜਿਹੜਾ ਆਟੋਮਨ ਅੰਪਾਇਰ ਦਾ ਜਿਹੜਾ ਗੁਰੂ ਹੈ ਸ਼ਾਹ ਸਲੀਮ ਫਸਟ ਦਾ, ਔਰ ਉਹਨੂੰ ਕਾਬੂ ਕਰਦੇ ਨੇ
ਔਰ ਜਿੱਥੇ ਡਿਬੇਟ ਹੁੰਦੀ ਹੈ ਉਹ ਕੈਰੋ ਚ ਹੁੰਦੀ ਹੈ, ਉਹ ਉਸ ਜਗ੍ਹਾ ਦਾ ਨਾਮ ਵੀ ਟਾਂਡਾ ਹੈ। ਟਾਂਡੇ ਮਿਸਰ ਚ ਵੀ ਨੇ, ਮਤਲਬ ਯਾਨੀ ਕਿ ਸਾਡੇ ਜਿਹੜੇ ਬੰਦੇ ਸੀ ਉਹ ਟ੍ਰੇਡ ਕਰਦੇ ਕਰਦੇ ਇਜਿਪਟ ਤੱਕ ਪਹੁੰਚ ਗਏ, ਯੂਰਪ ਤੱਕ ਪਹੁੰਚ ਗਏ ਸੀ। ਹੁਣ ਇਹਨਾਂ ਦਾ ਪੂਰੇ ਵਰਲਡ ਦੇ ਉੱਪਰ ਵੀ ਟ੍ਰੇਡ ਦਾ ਮਤਲਬ ਇਹਨਾਂ ਕੰਟਰੋਲ ਐਸਟੈਬਲਿਸ਼ ਕਰ ਲਿਆ ਸੀਗਾ ਜੀ। ਹੁਣ ਪੀਰ ਜਲਾਲੂਦੀਨ ਵੀ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਚੱਲ ਕੇ ਥਨੇਸਰ ਪਹੁੰਚ ਜਾਂਦਾ, ਜੋ ਕਿ ਲੋਹਗੜ੍ਹ ਦੇ 52 ਕਿਲਿਆਂ ਦੇ ਵਿੱਚ ਇੱਕ ਸ਼ਹਿਰ ਹੈ ਜੋ ਕੁਰੂਕਸ਼ੇਤਰ 'ਚ ਹੈਗਾ। ਹੁਣ ਮੱਕੇ ਦੇ ਪੀਰ, ਕਾਬੇ ਦੇ ਪੀਰ, ਇਹ ਸਾਰੇ ਵੀ ਗੁਰੂ ਨਾਨਕ ਸਾਹਿਬ ਦੇ ਪਿੱਛੇ ਤੁਰ ਪੈਂਦੇ ਵੀ ਹੁਣ ਵੀ ਆਹ ਖੁਦਾ ਦਾ ਨੂਰ ਆਪ ਚੱਲ ਕੇ ਆਇਆ ਤੇ ਇਹਦੇ ਨਾਲ ਹੀ ਹੁਣ ਅਸੀਂ ਜੀਵਨ ਬਤੀਤ ਕਰਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਫਿਰ ਲੈਂਡ ਰੂਟ ਤੋਂ ਵਾਪਸ ਹੁੰਦੇ ਨੇ, ਬਗਦਾਦ ਜਾਂਦੇ ਨੇ। ਬਗਦਾਦ ਪੀਰ ਦਸਤਗੀਰ ਨੂੰ ਵੀ ਕਾਬੂ ਕਰਦੇ ਨੇ ਤੇ ਪੀਰ ਦਸਤਗੀਰ ਦਾ ਜਿਹੜਾ ਪੁੱਤਰ ਹੈ ਸ਼ਾਹ ਖੁਸ਼ਮੇਸ਼, ਉਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਚੱਲ ਕੇ ਸਡੌਰੇ ਆ ਕੇ ਵਸਦਾ। ਹੁਣ ਜਦੋਂ ਆ ਸਡੌਰੇ ਆ ਕੇ ਵਸਦਾ ਤੇ ਵਸਣ ਤੋਂ ਬਾਅਦ ਆ ਗੱਲ ਕਿੱਥੋਂ ਹੋ ਰਹੀ ਹੈ ਕਿ ਜਦੋਂ ਪੀਰ ਬੁੱਧੂ ਸ਼ਾਹ ਹੁਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਗਾਣੀ ਦੇ ਯੁੱਧ ਤੋਂ ਬਾਅਦ ਸਡੌਰੇ ਵੈਲਕਮ ਕਰਦੇ ਨੇ, ਉਹਨਾਂ ਦਾ ਇਸਤਕਬਾਲ ਕਰਦੇ ਨੇ ਤੇ ਮੁਹੰਮਦ ਖਲੀਫਾ 4 ਰੋਮ ਇਟਲੀ ਦੀ ਕਿਰਪਾਨ ਰੱਖਦੇ ਨੇ ਕਿ ਉਹ ਜੋ ਕਿ ਉਸ ਟਾਈਮ 10ਵੇਂ ਨਾਨਕ ਦਾ ਸਮਕਾਲੀ ਹੈ, ਔਰ ਕਹਿੰਦੇ ਵੀ ਉਹ 10ਵੇਂ ਨਾਨਕ ਦੇ ਚਰਨਾਂ 'ਚ ਉਹਦੀ ਕਿਰਪਾਨ ਰੱਖ। ਇਹਦਾ ਮਤਲਬ ਇਹ ਹੈ ਕਿ ਜੋ ਤੁਹਾਡਾ ਯੂਰਪ ਦਾ ਉਸ ਟਾਈਮ ਕਿੰਗ ਸੀਗਾ ਔਰ ਜੋ ਤੁਹਾਡਾ ਮਿਡਲ ਈਸਟ ਤੇ ਅਫਰੀਕਾ ਦਾ, ਉਹਨੇ ਆਪਣੀ ਕਿਰਪਾਨ 10ਵੇਂ ਨਾਨਕ ਦੇ ਚਰਨਾਂ 'ਚ ਪੀਰ ਬੁੱਧੂ ਸ਼ਾਹ ਹੁਣਾਂ ਕੋਲ ਭੇਜੀ ਔਰ ਰੱਖੀ ਗਈ। ਇਹ ਕੜੀ ਜੁੜਦੀ ਆ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਕਿ ਜਦੋਂ ਸ਼ਾਹ ਸਲੀਮ ਫਸਟ ਗੁਰੂ ਨਾਨਕ ਦਾ ਮਰੀਦ ਹੋ ਗਿਆ ਤੇ ਜਿਹੜੇ ਅਗਲੇ ਆਟੋਮਨ ਐਮਪਾਇਰ ਦੇ ਜਿਹੜੇ ਅਗਲੇ ਕਿੰਗਸ ਆਏ ਨੇ ਉਹ ਵੀ ਗੁਰੂ ਨਾਨਕ ਦੀ ਗੱਦੀ ਦੇ ਮਰੀਦ ਰਹੇ। ਤੇ ਉਹ ਕਿੱਡੀ ਵੱਡੀ ਗੱਲ ਹੈ, ਕਿਉਂਕਿ ਸਾਨੂੰ ਤਾਂ ਸਿਰਫ ਬਾਬਾ ਨਾਨਕ ਦੀਆਂ 4 ਉਦਾਸੀਆਂ ਜਿਹੜੀਆਂ ਸੀਗੀਆਂ ਉਹੋ ਹੀ ਦੱਸੀਆਂ ਗਈਆਂ, ਉਹੋ ਹੀ ਸੁਣਾਈਆਂ ਗਈਆਂ, ਉਹੋ ਹੀ ਸਾਨੂੰ ਇਤਿਹਾਸ ਦੇ ਵਿੱਚ ਪੜ੍ਹਾਈਆਂ ਗਈਆਂ। ਜੀ ਹਾਂ ਚੀਜ਼ਾਂ ਸਾਨੂੰ ਕਿਸੇ ਨੇ ਦੱਸੀਆਂ ਨਹੀਂ। ਮੈਂ ਹੋਰ ਤੁਹਾਨੂੰ ਹੋਰ ਦੱਸਦਾ ਕਿ ਜਿਹੜੇ ਆਹ ਪੀਰ ਸੀਗੇ ਇਹ ਫਾਤਿਮਾ ਬਿੰਟ ਤੇ ਹਜ਼ਰਤ ਅਲੀ ਦੀ ਬਲੱਡ ਲਾਈਨ ਹੈ, ਇਹ ਮੁਹੰਮਦ ਸਾਹਿਬ ਦੀ ਸਿੱਧੀ ਬਲੱਡ ਲਾਈਨ ਹੈ। ਸ਼ਹੀਦੀ ਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਖੂਨ ਡੁੱਲਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ। 247 ਸਾਲ ਕੰਮ ਕੀਤਾ ਜਾਂਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ। ਹੁਣ ਜਦੋਂ ਇਤਿਹਾਸਕਾਰ ਲਿਖਦੇ ਨੇ ਕਿ ਇਤਿਹਾਸਿਕ ਸਰੋਤ ਮਿਲਣੇ ਸ਼ੁਰੂ ਹੋ ਗਏ, ਲਾਈਨ ਕਲੀਅਰ ਹੋਣੀ ਸ਼ੁਰੂ ਹੋ ਗਈ ਜਦੋਂ ਇਸ 'ਚ ਰਿਸਰਚ ਸ਼ੁਰੂ ਕੀਤੀ। ਕਹਿੰਦੇ ਵੀ ਭਗਤ ਸਦਨਾ ਜੀ ਜਾ ਕੇ ਉਹਨਾਂ ਦੀ ਡਿਊਟੀ ਲੱਗੀ ਕਿ ਜਦੋਂ ਆਹ ਪੀਰ ਇੱਥੇ ਪਹੁੰਚ ਜਾਂਦੇ ਨੇ, ਬਾਬਾ ਫਰੀਦ ਵੀ ਨਾਲ ਪ੍ਰੈਜ਼ੈਂਟ ਨੇ ਤੇ ਉਹ ਜਦੋਂ ਪਹੁੰਚਦੇ ਨੇ ਤੇ ਉਹਨਾਂ ਦੀ ਸੈਟਲਮੈਂਟਸ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਪ੍ਰੋਪਰ ਤਾਂ ਕਿ ਮਤਲਬ ਸੈਟਲਮੈਂਟਸ ਹੋ ਜਾਏ ਪੋਪੂਲੇਸ਼ਨ ਦੀਆਂ, ਇਹ ਭਗਤ ਸਦਨਾ ਜੀ ਰੋਲ ਪਲੇ ਕਰਦੇ। ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਮੰਜੀ ਸਥਾਪਿਤ ਕਰਦੇ ਸਡੌਰਾ, ਜੋ ਅੱਜ ਮੌਕੇ ਤੇ ਮੌਜੂਦ ਨਹੀਂ ਹੈ ਜੀ। ਕਿਸੇ ਵੀ ਗੁਰੂ ਸਾਹਿਬ ਦੀ ਵਿਜ਼ਿਟ ਸਡੌਰੇ ਨਾਲ ਕੋਈ ਮਾਰਕ ਨਹੀਂ ਕਰ ਰਹੇ, ਉਹ ਮਤਲਬ ਹਿਸਟਰੀ ਨੂੰ ਸਾਫ਼ ਕਰ ਦਿੱਤਾ ਗਿਆ। ਸਿਰਫ ਬੰਦਾ ਸਿੰਘ ਬਹਾਦਰ ਤੇ ਪੀਰ ਬੁੱਧੂ ਸ਼ਾਹ ਨਾਲ ਕਨੈਕਟ ਕਰਦੇ ਨੇ। ਔਰ ਉਹ ਗੱਲ ਨੂੰ ਜਦੋਂ ਸਟੱਡੀ ਕਰਨਾ ਸ਼ੁਰੂ ਕੀਤਾ ਤੇ ਪਤਾ ਲੱਗਿਆ ਕਿ ਅਲਟੀਮੇਟਲੀ ਇਹ ਤਾਂ ਜੀ ਮਾਮਲਾ ਹੀ ਕੁਝ ਹੋਰ ਹੈ ਇਸ ਪੂਰੇ ਪ੍ਰੋਸੈਸ ਨੂੰ ਲੈ ਕੇ। ਔਰ ਫਿਰ ਜੀ ਮਤਲਬ ਸਾਈਂ ਮੀਆਂ ਮੀਰ ਨੇ ਐਵੇਂ ਨਹੀਂ ਦਰਬਾਰ ਸਾਹਿਬ ਦੀ ਨੀਂਹ ਪੱਥਰ ਰੱਖਤਾ, ਉਹ ਦਸਤਗੀਰ ਦੇ ਪਰਿਵਾਰ ਚੋਂ ਹੈ। ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਤੇ ਉਹ ਲੋਕ ਕੰਮ ਕਰ ਰਹੇ ਨੇ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਮਤਲਬ ਫਿਰ ਆਪਣਾ ਗੁਰੂ ਨਾਨਕ ਪਾਤਸ਼ਾਹ ਲੈ ਕੇ ਇੱਥੇ ਤੱਕ ਸਟੱਡੀ ਕੀਤਾ ਗਿਆ ਤੇ ਫਿਰ ਪਤਾ ਲੱਗਿਆ ਵੀ ਇਹ ਤਾਂ ਕੜੀਆਂ ਆਪਸ ਵਿੱਚ ਜੁੜ ਰਹੀਆਂ ਨੇ, ਇਹ ਡਾਟਸ ਕਨੈਕਟ ਹੋ ਰਹੀਆਂ ਨੇ। ਹੁਣ ਜ਼ਿਆਦਾ ਗੱਲ ਕਿੱਥੋਂ ਕਲੀਅਰ ਹੁੰਦੀ ਹੈ? ਜ਼ਿਆਦਾ ਗੱਲ ਕਲੀਅਰ ਹੁੰਦੀ ਹੈ ਕਿ ਜੋ ਜਰਨੈਲ ਬੰਦਾ ਸਿੰਘ ਬਹਾਦਰ ਨਾਨਕਸ਼ਾਹੀ ਸਿੱਕੇ ਜਾਰੀ ਕਰਦਾ ਹੈ, ਉਹ ਕਹਿੰਦਾ ਸਿੱਕਾ ਜ਼ਰਬਾ ਹਰਦੋ ਆਲਮ ਫਾਜ਼ਲੇ ਸਤ ਸਾਹਿਬ ਫਤਿਹ ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਤੇਗੇ ਨਾਨਕ ਵਾਹੇ ਅਸਤ। ਔਰ ਉਹ ਕਹਿੰਦਾ ਕਿ ਜੀ ਜਿਹੜੀਆਂ ਫਤਿਹ ਹੋਈਆਂ ਨੇ ਇਹ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹਿਨਸ਼ਾਹ ਨੂੰ ਸਮਰਪਿਤ ਹੈ। ਤੇ ਅਖੀਰ 'ਚ ਉਹ ਕਹਿੰਦਾ ਕਿ ਤੇਗ ਨਾਨਕ ਵਾਹੇ ਅਸਤ, ਕਿ ਮੇਰੇ ਹੱਥ ਜੋ ਤਲਵਾਰ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਹੈ।